जामा बलिहार जी मैं ऐसे आगुरा तो 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 जामा बलिहार जी मैं ऐसे आगुरा जामा बलिहार जी मैं ऐसे आगुरा जामा बलिहार जी मैं ऐसे आगुरा तो जामा बलिहार जी मैं ऐसे आगुरा तो ऐसे आगुरा तो जी मैं ऐसे आगुरा तो जी मैं ऐसे आगुरा तो जी मैं ऐसे आगुरा तो ऐसे आगुरा तो जी मैं ऐसे आगुरा तो ऐसे आगुरा तो जी मैं ऐसे आगुरा तो जामा बलिहार 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 जी मैं ऐसे आगुरा तो गुर बिन घोर अंधार गुरु बिन समझ न आवे गुर बिन सुरत न सिद्ध गुरु बिन मुक्त न पावे जुगो जुग अटल चबर तख्त दे मालक गुरगद्दी ते विराजमान प्रतख सतगुरु सारी दुनिया दे सांझे रहबर दसां पातशाहियां दे आत्म ਸਰੂਪ ਧੰਨ श्री गुरु ग्रंथ ਸਾਹਿਬ जी ਦੇ ਚਰਨਾਂ ਵਿੱਚ ਜਿੱਥੇ ਕਲਗੀਧਰ ਸਤਿਗੁਰੂ श्री गुरु गोबिंद सिंह जी महाराज और माता अजीत कौर जी जिन्हां दे शुभ विआह दे कारज दे पवित्र दिहाड़े नूं मुख रखदिआं और गुरु घर दे अनिन सेवक स्वर्गवासी सरदार अमरचंद जी उन्हां दी सालाना याद दे विच जुड़ बैठी गुरु रूप गुरु प्यारी गुरु सवारी साध संगत जीओ आओ जिन्ने क शरीर गुरु चरनां च बैठे ने ਸਰਬੱਤ संगत प्यार दे नाल फतेह दी सांझ पाओ ਸਰਬੱਤ संगत एक बार प्यार दे नाल फतेह दा उच्चारण करो कोई भी वांझा ना रह जावे एक बार प्यार नाल आखो जी वाहिगुरू जी का खालसा वाहिगुरू जी की फतेह। महापुरख श्रीमान संत बाबा अजैब सिंह जी फक्कर जिन्हां दे उद्यम सदका और संगतां दे सहयोग दे नाल हर साल की तरह ये महान गुरमत समागम इस पावन पवित्र धरती के उत्ते करवाए जा रहे ने।
ਸੋ ਪਰਸੋਂ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ। ਕੱਲ ਪਵਿੱਤਰ ਸਥਾਨਾਂ ਤੋਂ ਨਗਰ ਕੀਰਤਨ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਪ੍ਰਾਰੰਭ ਹੋਇਆ। ਨਗਰਾਂ ਤੋਂ ਹੁੰਦਾ ਹੋਇਆ ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਸ੍ਰੀ ਝਿੜੀ ਸਾਹਿਬ ਵਿਖੇ ਸਮਾਪਤੀ ਹੋਈ। ਦੂਰ ਦਰਾਡਿਆਂ ਤੋਂ ਆ ਕਰਕੇ ਗੁਰੂ ਕੀਆਂ ਸੰਗਤਾਂ ਨੇ ਉਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸਫਲ ਕੀਤਾ। ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜੇ। ਗੁਰੂ ਘਰ ਦੇ ਵਰਸਾਏ ਹੋਏ ਜਥਿਆਂ ਨੇ ਢਾਡੀ ਵਾਰਾਂ ਰਾਹੀਂ ਕਬੀਸ਼ਰੀ ਰਾਹੀਂ ਆਪਾਂ ਸਾਰੀਆਂ ਸੰਗਤਾਂ ਨੂੰ ਰਲ ਮਿਲ ਕੇ ਗੁਰੂ ਕੇ ਇਤਿਹਾਸ ਦੇ ਨਾਲ ਜੋੜਨਾ ਕੀਤਾ। ਥੋੜਾ ਜਿਹਾ ਸਮਾਂ ਆਪਣੇ ਕੋਲ ਬਾਕੀ ਰਹਿੰਦਾ ਹੈ। ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਦਾਸ ਦੀ, ਮੈਂ ਸੰਗਤਾਂ ਦੇ ਪ੍ਰਤੀ ਬੇਨਤੀ ਕਰਦਾ ਕਿ ਜਿਹੜੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਉਹ ਆਪੋ ਆਪਣੀਆਂ ਸੇਵਾਵਾਂ ਵਿੱਚ ਲੱਗੇ ਰਹੋ, ਤੇ ਜਿਹੜੀਆਂ ਬਾਕੀ ਸੰਗਤਾਂ ਵਿਹਲੀਆਂ ਨੇ ਜਿਨ੍ਹਾਂ ਨੇ ਚਾਹ ਵੀ ਛਕ ਲਈ ਹੈ, ਤਕਰੀਬਨ ਪ੍ਰਸ਼ਾਦਾ ਵੀ ਛਕ ਲਿਆ ਹੈ, ਸੋ ਉਹਨਾਂ ਦੇ ਚਰਨਾਂ 'ਚ ਬੇਨਤੀ, ਭਾਈ ਜਿਹੜੇ ਵਿਹਲੇ ਨੇ ਹੇਠਾਂ ਆਪਾਂ ਕੁਝ ਕੁ ਸਮੇਂ ਦੇ ਵਿੱਚ ਸਮਾਪਤੀ ਕਰਨੀ ਹੈ। ਸਮਾਪਤੀ ਦੀ ਅਰਦਾਸ ਹੋਣੀ ਹੈ, ਫਿਰ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਹੈ ਆਪਾਂ ਸਾਰਿਆਂ ਨੇ ਕਿ ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਸਾਰਾ ਸਮਾਗਮ ਨਿਰਵਿਘਨਤਾ ਸਹਿਤ ਸੰਪੂਰਨ ਹੋਇਆ। ਸੋ ਸਾਰੀ ਅਰਦਾਸ ਜਿਹੜੀ ਉਹ ਸੰਗਤ ਦੇ ਸਾਧ ਸੰਗਤ ਜੀ ਦੁਆਰਾ ਕੀਤੀ ਜਾਣੀ ਹੈ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ, ਆਓ ਸਮਾਪਤੀ ਦਾ ਸਮਾਂ, ਸਮਾਪਤੀ ਦੇ ਸਮੇਂ ਵਿੱਚ ਆਓ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬਹਿ ਕੇ ਆਪਾਂ ਲਾਹਾ ਪ੍ਰਾਪਤ ਕਰੀਏ। ਉਸ ਤੋਂ ਬਾਅਦ ਸਮਾਪਤੀ ਹੋ ਜਾਣੀ ਹੈ, ਆਪਾਂ ਨੇ ਆਪਣੇ ਘਰੋਂ ਘਰੀ ਚਲੇ ਜਾਣਾ ਹੈ। ਫਿਰ ਸਾਲ ਬਾਅਦ ਇਹ ਸਮਾਗਮ ਆਉਣਾ ਹੈ, ਫਿਰ ਤਾਂ ਜਾ ਕੇ ਕਿਤੇ ਸਮਾਂ ਸਾਨੂੰ ਇਹ ਬਖਸ਼ਿਸ਼ ਹੋਣਾ ਹੈ। ਇਸ ਕਰਕੇ ਸਮੇਂ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ। ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਬੀਰ ਸਾਹਿਬ ਜੀ ਕਹਿੰਦੇ ਸਤ ਸੰਗਤ ਦੀ ਇੱਕ ਘੜੀ ਤੋਂ ਅੱਧੀ ਘੜੀ, ਤੇ ਜੇ ਉਹ ਵੀ ਨਹੀਂ ਕਰ ਸਕਦਾ ਕੋਈ, ਏਕ ਘੜੀ ਆਦਿ ਘੜੀ, ਜੇ ਅੱਧੀ ਵੀ ਨਹੀਂ ਕਰ ਸਕਦਾ, ਆਦਿ ਹੂੰ ਤੇ ਆਦ, ਅੱਧੀ ਘੜੀ ਤੋਂ ਵੀ ਅੱਧੀ ਘੜੀ ਜੇ ਸਤ ਸੰਗਤ ਦੀ ਹੋ ਜੇ ਨਾ, ਕਬੀਰ ਸਾਹਿਬ ਕਹਿੰਦੇ ਉਹ ਸੱਚਖੰਡ ਲੈ ਜੂ। ਆਖੋ ਸਤਨਾਮ। ਤੈਨੂੰ ਲੈ ਜੂਗੀ ਬਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ। ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਵੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ, ਲੈ ਜੂਗੀ ਵੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਵੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ। ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਵੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਵੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ, ਤੈਨੂੰ ਲੈ ਜੂਗੀ ਵੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ।
ਘੜੀ ਜੀ ਸਤ ਸੰਗ ਦੀ, ਇੱਕ ਘੜੀ ਜੀ ਸਤ ਸੰਗ ਦੀ। ਇੱਕ ਘੜੀ ਜੀ ਸਤ ਸੰਗ ਦੀ, ਇੱਕ ਘੜੀ ਜੀ ਸਤ ਸੰਗ ਦੀ, ਇੱਕ ਘੜੀ ਦੀ ਸਤ ਸੰਗ ਦੀ, ਇੱਕ ਘੜੀ ਜੀ ਸਤ ਸੰਗ ਦੀ। ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ। ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ। ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ। ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ। ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ। ਤੈਨੂੰ ਲੈ ਜੂਗੀ ਬੈਕੁੰਠ ਮਨਾ ਮੇਰਿਆ, ਇੱਕ ਘੜੀ ਸਤ ਸੰਗ ਦੀ। ਗੁਰੂ ਕੀਆਂ ਸੰਗਤਾਂ ਜਦੋਂ ਪਿਆਰ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਸੰਗਤ ਦੇ ਵਿੱਚ ਜੁੜਦੀਆਂ, ਸਾਧ ਸੰਗਤ ਜੀ ਉੱਤੇ ਬੈਕੁੰਠ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਲੱਭਣਾ ਹੈ। ਹਾਂਜੀ ਮਹਾਰਾਜ ਜੀ, ਰੱਬ ਲੱਭਣਾ ਹੈ। ਰੱਬ ਕਿੱਥੇ ਰਹਿੰਦਾ ਹੈ? ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਮਿਲ ਸਤ ਸੰਗਤ ਖੋਜ ਦਸਾਈ, ਮਿਲ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿੱਥੇ ਸਤ ਸੰਗਤ ਹੁੰਦੀ ਹੈ, ਜਿੱਥੇ ਉਸ ਰੱਬ ਦੀ ਪਰਮੇਸ਼ਰ ਦੀ ਵਡਿਆਈ ਕੀਤੀ ਜਾਂਦੀ ਹੈ, ਜਿੱਥੇ ਉਹਦੇ ਗੁਣ ਗਾਏ ਜਾਣ, ਉਸ ਧਰਤੀ ਵਰਗਾ ਸਵਰਗ ਕੋਈ ਨਹੀਂ, ਉਸ ਧਰਤੀ ਵਰਗਾ ਬੈਕੁੰਠ ਕੋਈ ਨਹੀਂ। ਜੇ ਸੰਸਾਰ ਦੀ ਮਾਤਲੋਕ ਦੀ ਧਰਤੀ ਤੇ ਜੇਕਰ ਸੱਚਖੰਡ ਵੇਖਣਾ ਹੈ ਨਾ, ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਤ ਸੰਗਤ ਵਰਗਾ ਸੱਚਖੰਡ ਸੰਸਾਰ ਦੇ ਵਿੱਚ ਕਿਤੇ ਨਹੀਂ ਲੱਭਦਾ। ਆਖੋ ਸਤਨਾਮ ਵਾਹਿਗੁਰੂ। ਕਿਉਂਕਿ ਸਤ ਸੰਗਤ ਦੇ ਵਿੱਚ ਜੁੜਿਆ, ਪਤਾ ਨਹੀਂ ਉਹ ਕਿਹੜਾ ਸਮਾਂ ਹੈ, ਸਾਨੂੰ ਨਹੀਂ ਪਤਾ। ਸਾਨੂੰ ਉਸ ਸਮੇਂ ਬਾਰੇ ਨਹੀਂ ਪਤਾ। ਸਤ ਸੰਗਤ ਦੀ ਉਹ ਕਿਹੜੀ ਘੜੀ, ਸਤ ਸੰਗਤ ਦਾ ਉਹ ਕਿਹੜਾ ਸਮਾਂ ਜਿਹੜਾ ਸਾਨੂੰ ਸਾਧ ਸੰਗਤ ਜੀ ਬਦਲ ਕੇ ਰੱਖ ਦਵੇ। ਪਤਾ ਨਹੀਂ ਸਤ ਸੰਗਤ ਕਰਦੇ ਆ ਉਹ ਕਿਹੜਾ ਸਮਾਂ ਸਾਡਾ ਬਤੀਤ ਹੋ ਜਾਣਾ ਹੈ ਕਿ ਸਾਡੇ ਵਿੱਚੋਂ ਕੋਈ ਔਗਣ ਨਿਕਲ ਜੇ, ਸਾਡੀ ਜੀਵਨ ਵਿੱਚ ਕੋਈ ਗੁਣ ਆ ਜੇ। ਤੇ ਗੁਣ ਲੈਣ ਵਾਸਤੇ ਸੰਗਤ ਕੀਤੀ ਜਾਂਦੀ ਹੈ, ਕਿਉਂਕਿ ਜਿਹੜੀ ਸੰਗਤ ਹੈ ਇਹਦੇ ਵਿੱਚੋਂ ਗੁਣ ਮਿਲਦੇ ਨੇ, ਚੰਗਾ ਜੀਵਨ ਮਿਲਦਾ ਹੈ। ਜਿਹੋ ਜੀ ਸੰਗਤ ਕਰਦੇ ਆ ਉਹ ਜਿਹਾ ਸਾਡਾ ਜੀਵਨ ਹੈ। ਜੇ ਅਸੀਂ ਗੁਰੂ ਕੀ ਸੰਗਤ ਕਰਦੇ ਆ, ਗੁਰੂ ਦੇ ਬਚਨ ਸੁਣਦੇ ਆ, ਤੇ ਫਿਰ ਸਾਡਾ ਜੀਵਨ ਹੋਰ ਹੈ। ਤੇ ਜੇਕਰ ਗੁਰੂ ਦੇ ਬਚਨਾਂ ਤੋਂ ਅਸੀਂ ਮੁਨਕਰ ਹਾਂ, ਜੇ ਗੁਰੂ ਦੇ ਬਚਨਾਂ ਤੋਂ ਦੂਰ ਹਾਂ, ਫਿਰ ਸਾਡਾ ਜੀਵਨ ਹੋਰ ਹੈ। ਤੇ ਮਹਾਂਪੁਰਖ ਬਾਬਾ ਫਕਰ ਜੀ ਵੱਲੋਂ ਇਹ ਉਪਰਾਲਾ ਸਾਡੇ ਜੀਵਨ ਵਾਸਤੇ ਹੀ ਹੈ। ਪਰ ਪੁਕਾਰ ਨਿਤ ਚਿਤਵਤੇ, ਮਹਾਂਪੁਰਖਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੋਜ਼ਾਨਾ ਹੀ ਮਹਾਂਪੁਰਖ ਜਿਹੜੇ ਨੇ ਸਤਿਪੁਰਖ ਬੰਦਗੀ ਕਰਨ ਵਾਲੇ ਲੋਕਾਂ ਦੇ ਵਾਸਤੇ ਸਤਿਗੁਰੂ ਕਹਿੰਦੇ ਪਰਉਪਕਾਰ ਹੀ ਮੰਗਦੇ ਰਹਿੰਦੇ, ਪਰਉਪਕਾਰ ਹੀ ਲੋਚਦੇ ਰਹਿੰਦੇ। ਇਹ ਮਹਾਂਪੁਰਖਾਂ ਦੀ ਨਿਸ਼ਾਨੀ ਹੈ। ਮਹਾਂਪੁਰਖਾਂ ਦਾ ਜੀਵਨ ਪਰਉਪਕਾਰੀ ਜੀਵਨ, ਕਿਸੇ ਨਾ ਕਿਸੇ ਢੰਗ ਦੇ ਨਾਲ ਦੁਨੀਆ ਦੇ ਲੋਕਾਂ ਦਾ ਭਲਾ ਹੋ ਜੇ, ਸਾਨੂੰ ਪ੍ਰੇਰਦੇ ਰਹਿੰਦੇ ਆ। ਕਿਸੇ ਨੂੰ ਕਹਿੰਦੇ ਨੇ ਤੂੰ ਆਹ ਸੇਵਾ ਕਰ, ਕਿਸੇ ਨੂੰ ਕਹਿੰਦੇ ਆਹ ਸੇਵਾ ਕਰ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ ਸੇਵਾ, ਹਰ ਇੱਕ ਨੂੰ ਸੇਵਾ ਦਿੰਦੇ ਨੇ। ਉਹ ਗੱਲ ਵੱਖਰੀ ਹੈ ਕਿ ਆਪਾਂ ਨੂੰ ਸ਼ਾਇਦ ਉਹਨਾਂ ਦੇ ਬਚਨ ਕੌੜੇ ਲੱਗਣ, ਪਰ ਸਾਧ ਸੰਗਤ ਜੀ ਜਿਹੜੇ ਉਹ ਬਚਨ ਕਰਦੇ ਨੇ, ਜੋ ਉਹ ਸਾਨੂੰ ਸੇਵਾਵਾਂ ਦਿੰਦੇ ਨੇ, ਉਹਨਾਂ ਸੇਵਾਵਾਂ ਦੇ ਵਿੱਚ ਸਾਡਾ ਭਲ ਹੈ। ਉਹਨਾਂ ਦਿੱਤੀਆਂ ਹੋਈਆਂ ਸੇਵਾਵਾਂ ਦੇ ਵਿੱਚ ਸਾਡਾ ਸਾਧ ਸੰਗਤ ਜੀ ਭਲਾ ਹੈ। ਉਹ ਸਾਡਾ ਪਰਉਪਕਾਰ ਲੋਚਦੇ ਨੇ। ਇਸ ਕਰਕੇ ਇਹ ਦਿਹਾੜੇ ਰੱਖਦੇ ਨੇ, ਸਮਾਗਮ ਰੱਖਦੇ ਨੇ।
ਵੀ ਗੁਰੂ ਕੀ ਸੰਗਤਾਂ ਨੂੰ ਕੁਝ ਨਾ ਕੁਝ ਜੀਵਨ ਦੇ ਵਿੱਚ ਕੁਝ ਸੇਧ ਮਿਲ ਜੇ। ਜਦੋਂ ਸਾਧ ਸੰਗਤ ਜੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਨਾ, ਹੁਕਮਨਾਮਾ ਸਾਹਿਬ ਆਇਆ ਸੀ। ਸ਼ਾਇਦ ਤੁਹਾਨੂੰ ਕਿਸੇ ਨੂੰ ਯਾਦ ਹੈ ਜਾਂ ਨਹੀਂ, ਪਰ ਦਾਸ ਨੂੰ ਪੰਕਤੀਆਂ ਯਾਦ ਨੇ। ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਕੀ ਆਇਆ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਸੰਗਤ ਨੂੰ ਸੰਬੋਧਨ ਕਰਕੇ ਬਚਨ ਕੀਤਾ, ਹੁਕਮ ਕੀਤਾ। ਭੋਗ ਦੇ ਸਮੇਂ ਕੀ ਹੁਕਮ ਕੀਤਾ ਜੀ? ਸਾਡੇ ਸਾਰਿਆਂ ਵਾਸਤੇ ਉਹ ਹੁਕਮ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵਹਿ। ਬੜੇ ਸੌਖੇ ਲਫ਼ਜ਼ ਨੇ। ਸਤਿਗੁਰੂ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵਹਿ। ਕਹਿੰਦੇ ਜਿੰਨੇ ਵੀ ਸੇਵਕ ਨੇ ਗੁਰੂ ਦੇ, ਜਿੰਨੇ ਵੀ ਸਿੱਖ ਨੇ ਗੁਰੂ ਦੇ, ਉਹ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਆ। ਆਪਾਂ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆ, ਆਪਾਂ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਆ, ਮੱਥੇ ਟੇਕਦੇ ਆ, ਅਸੀਂ ਗੁਰੂ ਨੂੰ ਪੂਜਣ ਆਉਂਦੇ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿੰਨੇ ਵੀ ਗੁਰੂ ਦੇ ਸਿੱਖ ਨੇ, ਜਿੰਨੇ ਵੀ ਗੁਰੂ ਦੇ ਸੇਵਕ ਨੇ, ਉਹ ਗੁਰੂ ਨੂੰ ਪੂਜਣ ਵਾਸਤੇ ਆਉਂਦੇ। ਤੇ ਜਦੋਂ ਗੁਰੂ ਨੂੰ ਪੂਜਦੇ ਨੇ ਨਾ, ਫਿਰ ਕੀ ਕਰਦੇ ਨੇ? ਕਹਿੰਦੇ ਸਭ ਗਾਵਹਿ, ਸਭ ਗਾਵਹਿ ਹਰ ਹਰ ਉਤਮ ਬਾਣੀ। ਸਾਰੇ ਉਸ ਗੁਰੂ ਦੀ ਬਖਸ਼ੀ ਹੋਈ, ਬਖਸ਼ਿਸ਼ ਕੀਤੀ ਹੋਈ ਬਾਣੀ ਨੂੰ ਗਾਉਂਦੇ ਨੇ। ਆਪਾਂ ਸਾਰੇ ਗਾਉਂਦੇ, ਆਪਾਂ ਸਾਰੇ ਉਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ, ਗੁਰੂ ਦੇ ਗੁਣ ਗਾਉਂਦੇ ਆ, ਗੁਰੂ ਦੀ ਉਸਤਤ ਕਰਦੇ ਆ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਉਤਮ ਬਾਣੀ। ਸਾਰੇ ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਉੱਤਮ ਬਾਣੀ ਨੂੰ ਗਾਉਂਦੇ ਨੇ। ਕੋਈ ਉੱਚੀ ਬੋਲ ਕੇ ਗਾ ਲੈਂਦਾ, ਕੋਈ ਮੱਧਮ ਬਾਣੀ ਵਿੱਚ ਗਾ ਲੈਂਦਾ, ਕੋਈ ਮਨੋਂ ਹੀ ਗਾ ਲੈਂਦਾ। ਜਿਹੜਾ ਜੀਵ ਨਹੀਂ ਹਿਲਾਉਂਦਾ ਪਰ ਅੰਦਰੋਂ ਗਾਉਂਦਾ ਹੈ, ਅੰਦਰੋਂ ਗੁਰੂ ਦੀ ਉਸਤਤ ਕਰਦਾ ਹੈ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਿੱਖੋ, ਸਾਰੇ ਸਿੱਖ ਸੇਵਕ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਦੇ ਕੋਲ ਆਉਂਦੇ ਨੇ, ਗੁਰੂ ਨੂੰ ਪੂਜਦੇ ਨੇ, ਗੁਰੂ ਦੀ ਉੱਤਮ ਬਾਣੀ ਨੂੰ ਗਾਉਂਦੇ ਨੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਗੁਰੂ ਰਾਮਦਾਸ ਜੀ ਦਾ ਬਚਨ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਬੜੇ ਭਾਂਤ ਭਾਂਤ ਤਰੀਕਿਆਂ ਨਾਲ ਕੋਈ ਰਾਗੀ ਗਾਉਂਦੇ ਨੇ, ਕੋਈ ਨਾਦੀ ਗਾਉਂਦੇ ਨੇ, ਕੋਈ ਵੇਦੀ ਗਾਉਂਦੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਹੀਂ ਹਰ ਹਰ ਭੀਜੈ ਰਾਮ ਰਾਜੇ। ਕਿੰਨੇ ਨੇ ਇਹਨੂੰ ਗਾਉਣ ਵਾਲੇ? ਸੋਦਰ ਪੜੋ ਸ਼੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ, ਸ਼੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ, ਆਸਾ ਰਾਗ ਦੇ ਵਿੱਚ 3 ਸੋਦਰ ਆਉਂਦੇ ਨੇ। ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦੱਸਦੇ ਨੇ ਵੀ ਪਰਮੇਸ਼ਰ ਨੂੰ ਗਾਉਣ ਵਾਲਾ ਤੂੰ ਇਕੱਲਾ ਹੀ ਨਹੀਂ ਹੈ। ਪਰਮੇਸ਼ਰ ਨੂੰ ਗਾਉਣ ਵਾਲੇ ਪਤਾ ਨਹੀਂ ਕਿੰਨੇ ਕੁ ਨਹੀਂ, ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ। ਆਖੋ ਸਤਨਾਮ ਸ਼੍ਰੀ। ਕੱਲੇ ਆਪਾਂ ਹੀ ਨਹੀਂ ਇੱਥੇ ਬਹਿ ਕੇ ਗਾ ਰਹੇ ਹੁਣ। ਸਾਧ ਸੰਗਤ ਜੀ ਸੋਦਰ ਪੜ੍ਹ ਕੇ ਨਾ, ਜਦੋਂ ਧਿਆਨ ਨਾਲ ਸੋਦਰ ਪੜੋਗੇ ਪਤਾ ਲੱਗੂ ਕੌਣ ਕੌਣ ਗਾਉਂਦਾ ਹੈ। ਆ ਜਿਹੜੀ ਹਵਾ ਚੱਲ ਰਹੀ ਹੈ ਨਾ, ਆ ਪਰਦੇ ਉੱਡ ਰਹੇ ਨੇ, ਹਵਾ ਪੱਤੇ ਹਿੱਲ ਰਹੇ ਨੇ, ਇਹ ਹਵਾ ਚੱਲ ਰਹੀ ਤਾਂ ਹਿੱਲ ਰਹੇ ਨੇ। ਇਹ ਹਵਾ ਵੀ ਗਾਉਂਦੀ ਹੈ, ਆ ਪਾਣੀ ਵੀ ਗਾਉਂਦਾ ਹੈ, ਆ ਬਨਸਪਤੀ ਵੀ ਗਾਉਂਦੀ ਹੈ, ਧਰਤੀ ਆਕਾਸ਼ ਵੀ ਗਾਉਂਦਾ ਹੈ। ਉਹ ਦੁਨੀਆ ਦੀ ਕਿਹੜੀ ਚੀਜ਼ ਸਾਧ ਸੰਗਤ ਦੀ ਜਿਹੜੀ ਪਰਮੇਸ਼ਰ ਨੂੰ ਨਹੀਂ ਗਾਉਂਦੀ? ਸਾਰੀ ਬਨਸਪਤੀ ਪਰਮੇਸ਼ਰ ਨੂੰ ਗਾਉਂਦੀ ਹੈ। ਪਰ ਸਾਧ ਸੰਗਤ ਜੀ ਮਨੁੱਖ ਇੰਨਾ ਅਭਾਗਾ ਹੈ, ਸਾਰੀ ਸ੍ਰਿਸ਼ਟੀ ਗਾ ਰਹੀ ਹੈ ਪਰ ਇਹ ਫੇਰ ਵੀ ਨਹੀਂ ਗਾ ਸਕਦਾ ਗੁਣ ਉਹਦੇ। ਕੋਈ ਹੈ ਭਾਗਾਂ ਵਾਲਾ। ਤੇ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਵੀ ਗੁਰੂ ਕੇ ਸਿੱਖਾਂ ਤਾਈਂ ਬਚਨ ਕੀਤਾ, ਭਾਈ ਗੁਰੂ ਦੇ ਬਚਨਾਂ ਨੂੰ ਗਾਓ। ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ। ਐਸੀ ਜਿਹੜੀ ਬਾਣੀਆਂ ਸਿਰਬਾਣੀ ਹੈ ਨਾ, ਜਿਸ ਬਾਣੀ ਵਰਗੀ ਸੰਸਾਰ 'ਚ ਕੋਈ ਬਾਣੀ ਨਹੀਂ। ਜਿਹੜੀ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਉਹ ਬਾਣੀ ਜਿਹੜੀ ਤੁਹਾਡੇ ਜੀਵਨ ਨੂੰ ਬਦਲ ਕੇ ਰੱਖ ਦੇਵੇਗੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੀ ਬਾਣੀ ਨੂੰ ਗਾਓ, ਐਸੀ ਬਾਣੀ ਨੂੰ ਪ੍ਰੇਮ ਨਾਲ ਗਾਓ। ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ। ਸਾਧ ਸੰਗਤ ਜੀ ਖੁਸ਼ ਕਿਵੇਂ ਹੁੰਦਾ? ਗਾਉਣ ਵਾਲੇ ਤਾਂ ਅਨੇਕਾਂ ਨੇ, ਸਾਰੀ ਧਰਤੀ ਆਕਾਸ਼ ਬਨਸਪਤੀ ਸੱਤ ਸਮੁੰਦਰ ਗਾਉਂਦੇ ਨੇ, ਪੌਣ ਪਾਣੀ ਸਾਰਾ ਧਰਤੀ ਆਕਾਸ਼ ਤਾਰੇ ਚੰਦਰਮਾ ਸੂਰਜ ਗਾਉਂਦੇ ਨੇ। ਤੇ ਜੇਕਰ ਰੀਝਦਾ ਹੈ, ਜੇਕਰ ਅਕਾਲ ਪੁਰਖ ਰੀਝਦਾ ਹੈ ਤੇ ਰੀਝ ਦਾ ਕਿਹਨਾਂ ਦੇ ਉੱਤੇ ਹੈ? ਇਸ ਤਰ੍ਹਾਂ ਗੁਰਬਾਣੀ ਨੇ ਕਿਹਾ, ਤੈਨੂੰ ਰਾਗੀ ਨਾਦੀ ਵੇਦੀ ਸਾਰੇ ਗਾਉਂਦੇ ਨੇ, ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਤੈਨੂੰ ਰਾਗੀ ਨਾਦੀ ਵੇਦੀ ਸਾਰੇ ਗਾਉਂਦੇ ਨੇ, ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ। ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ। ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਤੋਂ ਬਿਨਾ। ਤੈਨੂੰ ਰਾਗੀ ਨਾਦੀ ਬੇਦੀ ਸਾਰੇ ਗਾਉਂਦੇ ਨੇ, ਭਿੱਜਦਾ ਨੀ ਪ੍ਰੇਮ ਤੋਂ ਬਿਨਾ। ਪ੍ਰੇਮ ਤੋਂ ਬਿਨਾਂ ਸਾਧ ਸੰਗਤ ਜੀ ਉਹ ਰੀਝਦਾ ਨਹੀਂ ਹੈ। ਜੇ ਅਸੀਂ ਉਹਨੂੰ ਪ੍ਰੇਮ ਨਾਲ ਗਾਵਾਂਗੇ ਤੇ ਉਹ ਖੁਸ਼ ਹੋਵੇਗਾ, ਤੇ ਜੇ ਪ੍ਰੇਮ ਨਾਲ ਨਹੀਂ ਗਾਇਆ, ਬੱਧਾ ਚੱਟੀ ਕੀਤੀ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੱਬ ਰੀਝਦਾ ਨਹੀਂ ਹੈ, ਖੁਸ਼ ਨਹੀਂ ਹੁੰਦਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜਿਹੜਾ ਬੱਧਾ ਚੱਟੀ ਨਾਲ ਕੰਮ ਕੀਤਾ, ਸਤਿਗੁਰੂ ਕਹਿੰਦੇ ਨਾ ਤਾਂ ਉਹਦੇ 'ਚ ਕੋਈ ਗੁਣ ਹੁੰਦਾ, ਨਾ ਉਹ ਕੋਈ ਪਰਉਪਕਾਰ ਹੁੰਦਾ, ਭਲਾ ਵੀ ਨਹੀਂ ਕੋਈ ਹੁੰਦਾ ਉਹ 'ਚ, ਨਾ ਕੋਈ ਗੁਣ ਹੁੰਦਾ। ਇਸ ਕਰਕੇ ਅਕਾਲ ਪੁਰਖ ਦੀ ਉਸਤਤ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੋ ਕਿਵੇਂ ਕਰੀਏ? ਸਤਿਗੁਰੂ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਕਿਵੇਂ ਕਰੀਏ ਜੀ? ਸਾਵਧਾਨ ਇਕਾਗਰ ਚੀਤ, ਮਨ ਲਾ ਕੇ ਸਾਵਧਾਨਤਾ ਦੇ ਨਾਲ ਅਕਾਲ ਪੁਰਖ ਦੀ ਉਸਤਤ ਕਰੋ, ਪ੍ਰੇਮ ਨਾਲ ਕਰੋ, ਭਾਵਨਾ ਨਾਲ ਕਰੋ। ਗੁਰੂ ਜੀ ਦਾ ਹੁਕਮਨਾਮਾ ਆਇਆ ਸੀ ਭੋਗ ਦੇ ਸਮੇਂ, ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਆਪਾਂ ਨੂੰ ਕੋਈ ਪੁੱਛੂਗਾ ਨਾ ਕਿੱਥੋਂ ਆਏ ਹੋ, ਆਪਾਂ ਕਹਾਂਗੇ ਬਾਬਾ ਫਕਰ ਜੀ ਵਾਲੇ ਸਥਾਨ ਤੋਂ ਆਏ। ਤੇ ਉੱਥੇ ਕੀ ਸੀ? ਉੱਥੇ ਸਮਾਗਮ ਸੀ। ਅੱਛਾ, ਕੀ ਹੋਇਆ? ਲੰਗਰ ਲੱਗਿਆ ਸੀ, ਦੀਵਾਨ ਸਜਿਆ ਸੀ। ਅੱਛਾ, ਸੁਣਿਆ ਕੁਛ? ਆਪਾਂ ਕਵਾਂਗੇ ਬੜੇ ਸਾਧ ਸੰਗਤ ਦੀ ਠਰਮੇ ਨਾਲ ਕਵਾਂਗੇ ਆਪਾਂ, ਸੁਣਿਆ ਸੀ, ਬੈਠੇ ਸੀ। ਤੇ ਜਿਹੜੇ ਨਹੀਂ ਬੈਠੇ ਉਹ ਭਾਵੇਂ ਕਹਿਣ ਭਾਵੇਂ ਨਾ ਕਹਿਣ, ਜਿਹੜੇ ਬੈਠੇ ਉਹ ਤਾਂ ਜ਼ਰੂਰ ਕਹਿਣਗੇ ਨਾ ਵੀ ਅਸੀਂ ਬਹਿ ਕੇ ਆਏ ਆ। ਕੁਛ ਬੋਲਿਆ ਵੀ ਸੀ। ਜਦੋਂ ਕਿਹਾ ਗਿਆ ਹੋਵੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਜਦੋਂ ਸਤਨਾਮ ਬੁਲਾਇਆ ਬੋਲੇ ਸੀ, ਆਪਾਂ ਕਵਾਂਗੇ ਬੋਲੇ ਸੀ, ਕਵਾਂਗੇ ਨਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਹਿ ਰਹੇ ਨੇ, ਕਹਿੰਦੇ ਸਿੱਖ ਤੇ ਸੇਵਕ ਪੂਜਣ ਆਉਂਦੇ ਗੁਰੂ ਨੂੰ, ਸਭ ਗਾਵ ਹੈ ਹਰ ਹਰ ਉਤਮ ਬਾਣੀ। ਸਾਰੇ ਗੁਰੂ ਦੀ ਉਤਮ ਬਾਣੀ ਨੂੰ ਗਾਉਂਦੇ ਵੀ ਹੈ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਅਗਲਾ ਬਚਨ ਕਰਦੇ ਹਨ, ਉਹ ਬੜਾ ਸਾਧ ਸੰਗਤ ਜੀ ਕੌੜਾ ਬਚਨ ਹੈ। ਜਿਸ ਬਚਨ ਉੱਤੇ ਸਾਧ ਸੰਗਤ ਜੀ ਨਿਭਣ ਵਾਲਾ ਕੋਈ ਬਿਰਲਾ ਹੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਿਭਣ ਵਾਲਾ ਕੋਈ ਬਿਰਲਾ ਹੈ। ਕਿਵੇਂ? ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਗਾਉਂਦੇ ਸਾਰੇ ਹੀ ਨੇ। ਅੱਗੇ ਬਚਨ ਕੀਤਾ, ਕਹਿੰਦੇ ਗਾਵਿਆ ਸੁਣਿਆ ਤਿਨਕਾ। ਬੜੇ ਸੌਖੇ ਲਫ਼ਜ਼ ਨੇ ਗੁਰਬਾਣੀ ਦੇ। ਗਾਵਿਆ ਸੁਣਿਆ ਤਿਨਕਾ। ਤਿਨਕਾ ਤੋਂ ਭਾਵ ਤਿਨਾਂ ਦਾ, ਕਿਉਂਕਿ ਆਪਾਂ ਬਹੁਤਾਤ ਗਿਣਤੀ ਚ ਨਾ, ਬਹੁ ਵਚਨ ਹੈ। ਜੇ ਇੱਕ ਗਿਣਤੀ ਹੋਊਗੀ ਫਿਰ ਹੋਰ ਤਰ੍ਹਾਂ ਬੋਲਿਆ ਜਾਂਦਾ ਹੈ। ਇੱਥੇ ਬਹੁਤਾਤ ਗਿਣਤੀ ਹੈ, ਜ਼ਿਆਦਾ ਗਿਣਤੀ ਹੈ ਨਾ, ਕਿਉਂਕਿ ਆਪਾਂ ਕਿੰਨੇ ਆਏ ਆ, ਆਪਾਂ ਥੋੜੇ ਜਿਹੇ ਉੱਪਰ ਬੈਠੇ ਆ, ਥੋੜੇ ਜਿਹੇ ਲੰਗਰਾਂ ਚ ਨੇ, ਕੋਈ ਹੋਰ। ਸਤਿਗੁਰੂ ਕਹਿੰਦੇ ਗਾਵਿਆ ਸੁਣਿਆ। ਗਾਇਆ ਹੋਇਆ ਜਿਹੜਾ ਮੂੰਹ ਨਾਲ ਗਾਉਂਦੇ ਆ ਆਪਾਂ ਰਸਨਾ ਨਾਲ, ਗਾਵਿਆ ਰਸਨਾ ਨਾਲ ਗਾਇਆ ਹੋਇਆ, ਤੇ ਕੰਨਾਂ ਦੇ ਨਾਲ ਸੁਣਿਆ ਹੋਇਆ। ਗਾਵਿਆ ਸੁਣਿਆ, ਸੁਣ ਵੀ ਰਹੇ ਨਾ, ਸਪੀਕਰ ਲੱਗੇ, ਆਵਾਜ਼ ਆ ਰਹੀ ਹੈ, ਸੁਣ ਰਹੇ ਆ ਗੁਰੂ ਦੇ ਬੋਲ, ਬਾਣੀ ਸੁਣੀ ਹੈ, ਭੋਗ ਦੇ ਸ਼ਲੋਕ ਸੁਣੇ ਨੇ। ਗਾਵਿਆ ਸੁਣਿਆ ਤਿਨਕਾ, ਉਹਨਾਂ ਦਾ ਗਾਇਆ ਹੋਇਆ ਤੇ ਉਹਨਾਂ ਦਾ ਸੁਣਿਆ ਹੋਇਆ। ਇੱਥੇ ਗੁਰੂ ਸਾਹਿਬ ਜੀ ਨੰਬਰ ਦੇਣ ਲੱਗੇ ਨੇ, ਪੇਪਰ ਚੈੱਕ ਹੋ ਰਹੇ ਨੇ। ਆਪਾਂ ਸਾਰਿਆਂ ਨੇ ਸਾਧ ਸੰਗਤ ਜੀ ਪੇਪਰ ਦਿੱਤਾ, ਇੱਥੇ ਆ ਕੇ ਨਾ ਘਰਾਂ ਤੋਂ ਪੇਪਰ ਦਿੱਤਾ। ਐਗਜ਼ਾਮ ਨਹੀਂ ਹੁੰਦੇ, ਪੇਪਰ ਇਮਤਿਹਾਨ ਹੁੰਦੇ ਨੇ ਬੱਚਿਆਂ ਦੇ, ਸਾਰੇ ਆਉਂਦੇ ਆ। ਤੇ ਜਦੋਂ ਪੇਪਰ ਹੋ ਹਟਦਾ ਨਾ, ਫਿਰ ਉਹਦਾ ਰਿਜ਼ਲਟ ਨਿਕਲਦਾ ਹੈ, ਉਹਦਾ ਸਿੱਟਾ ਨਿਕਲਦਾ ਹੈ। ਫਿਰ ਕਿਸੇ ਨੂੰ 10, ਕਿਸੇ ਨੂੰ 20 ਨੰਬਰ, ਕਿਸੇ ਨੂੰ 50 ਨੰਬਰ, ਕਿਸੇ ਨੂੰ 70, ਕਿਸੇ ਨੂੰ 80, ਕਿਸੇ ਨੂੰ 90, 99, 100 ਲੈਣ ਵਾਲਾ ਤਾਂ ਕੋਈ ਵਿਰਲਾ ਹੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨੰਬਰ ਮਿਲਦੇ ਨੇ ਨਾ। ਕੱਚਿਆਂ ਤੇ ਪੱਕਿਆਂ ਦੀ ਪਛਾਣ ਹੁੰਦੀ ਜਦੋਂ ਪੇਪਰ ਹੋ ਕੇ ਰਿਜ਼ਲਟ ਨਿਕਲਦਾ ਹੈ। ਤੇ ਇੱਥੇ ਗੁਰੂ ਸਾਹਿਬ ਜੀ ਇਸ ਪੰਕਤੀ ਦੇ ਵਿੱਚ ਰਿਜ਼ਲਟ ਕੱਢ ਰਹੇ ਨੇ। ਕਾਹਦਾ? ਸਾਡਾ ਰਿਜ਼ਲਟ ਨਿਕਲ ਰਿਹਾ ਹੈ। ਸਤਿਗੁਰੂ ਕਹਿੰਦੇ ਸਾਰਿਆਂ ਨੇ ਗਾਇਆ, ਸਾਰਿਆਂ ਨੇ ਸੁਣਿਆ, ਪਰ ਸਤਿਗੁਰੂ ਕਹਿੰਦੇ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ। ਹਰ ਥਾਏ ਤੋਂ ਭਾਵ ਵੀ ਪਰਮੇਸ਼ਰ ਉਹਨਾਂ ਦਾ ਲੇਖੇ ਵਿੱਚ ਪਾਉਂਦਾ ਹੈ। ਗਾਇਆ ਹੋਇਆ ਤੇ ਸੁਣਿਆ ਹੋਇਆ ਕਿਹਨਾਂ ਦਾ? ਜਿਹੜੇ ਕੱਲੀਆਂ ਜਲੇਬੀਆਂ ਖਾ ਕੇ ਮੁੜ ਗਏ, ਜਿਹੜੇ ਕੱਲੇ ਲੰਗਰ ਹੀ ਖਾ ਕੇ ਮੁੜ ਗਏ, ਜਿਹੜੇ ਇਹਨਾਂ ਪਹਾੜਾਂ ਦੀ ਸੈਰ ਹੀ ਕਰਕੇ ਮੁੜ ਗਏ। ਕੋਈ ਬਾਣੀ ਦਾ ਬਚਨ ਉਹਨਾਂ ਨੇ ਆਪਣੇ ਹਿਰਦੇ 'ਚ ਨਹੀਂ ਵਸਾਇਆ, ਕੋਈ ਸੇਵਾ ਨਹੀਂ ਕੀਤੀ ਇੱਥੇ, ਬਸ ਏਦਾਂ ਹੀ ਘੁੰਮ ਫਿਰ ਕੇ ਬਸ ਖਾ ਪੀ ਕੇ ਮੁੜ ਗਏ। ਤੇ ਸਾਧ ਸੰਗਤ ਜੀ ਆ ਜੂਹ ਪਾਰ ਕਰਕੇ ਨਾ, ਆ ਥੋੜੀ ਜਿਹੀ ਜੂਹ ਪਾਰ ਕਰਕੇ ਤੇ ਸਾਰਾ ਕੁਝ ਭੁੱਲ ਗਿਆ ਵੀ ਕੀ ਹੋਇਆ ਉੱਥੇ। ਸਾਨੂੰ ਕੋਈ ਬਾਅਦ ਚ ਪੁੱਛ ਲਵੇ ਨਾ, ਬਾਅਦ ਜਾ ਕੇ ਵੀ ਕੀ ਸੁਣ ਕੇ ਆਏ ਹੋ, ਸਾਨੂੰ ਇੱਕ ਬਚਨ ਵੀ ਨਹੀਂ ਕਈ ਵਾਰ ਯਾਦ ਰਹਿੰਦਾ। ਸੁਣਿਆ ਤਾਂ ਬਹੁਤ ਕੁਛ ਸੀ, ਢਾਡੀ ਜੇ ਲੱਗੇ ਹੋਏ ਸੀ, ਇੱਕ ਕਬੀਸ਼ਰ ਲੱਗੇ ਹੋਏ ਸੀ, ਬਾਕੀ ਬਾਅਦ ਵਿੱਚ ਫਿਰ ਢੋਲਕੀਆਂ ਵਾਲੇ ਆ ਗਏ। ਉਹਤੇ ਬਾਅਦ ਬਾਬੇ ਨੇ ਹੁਕਮਨਾਮਾ ਲੈ ਲਿਆ। ਅੱਛਾ, ਪਤਾ ਹੈ ਨਹੀਂ ਵੀ ਕੀ ਸੁਣਿਆ, ਕੁਛ ਨਹੀਂ ਪਤਾ। ਕਈ ਵਾਰ ਭੁੱਲ ਹੀ ਜਾਂਦੇ ਆਪਾਂ, ਇਹੋ ਜੀ ਸਾਡੀ ਬਿਰਤੀ ਹੈ। ਕਿਉਂਕਿ ਪੱਥਰ ਹੈ ਨਾ, ਜਿਹੜਾ ਪੱਥਰ ਦੇ ਉੱਤੇ ਜਦੋਂ ਤੱਕ ਪਾਣੀ ਪਾਈ ਜਾਓ ਉਦੋਂ ਤੱਕ ਗਿੱਲਾ। ਤੇ ਜਦੋਂ ਪੱਥਰ ਉੱਤੇ ਪਾਣੀ ਪਾਉਣਾ ਹਟ ਜਾਓ ਨਾ, ਤੇ ਤੁਸੀਂ ਪੱਥਰ ਨੂੰ ਵੇਖੋ, ਪੱਥਰ ਸੁੱਕੇ ਦਾ ਸੁੱਕਾ ਹੀ ਰਹਿੰਦਾ। ਤੇ ਸਾਡੇ ਵੀ ਸਾਸਨੀ ਮਨ ਇਹੋ ਜਿਹੇ ਹੋਏ ਪਏ। ਜਦੋਂ ਤੱਕ ਤਾਂ ਇੱਥੇ ਗੁਰੂ ਚਰਨਾਂ 'ਚ ਬੈਠੇ ਰਵਾਂਗੇ, ਉਦੋਂ ਤੱਕ ਤਾਂ ਥੋੜਾ ਜਿਹਾ ਹੁੰਦਾ ਵੀ ਵਧੀਆ ਵਧੀਆ ਵਧੀਆ। ਤੇ ਇੱਥੋਂ ਲੰਘਣ ਦੀ ਦੇਰ ਹੈ, ਫਿਰ ਤਾਂ ਜੁੱਤੀਆਂ ਦਿਸਦੀਆਂ ਸਾਨੂੰ ਆਪਣੀਆਂ, ਵੀ ਇੱਕ ਪੈਰ ਕਿੱਥੇ ਪਿਆ, ਇੱਕ ਪੈਰ ਕਿੱਥੇ ਪਿਆ। ਲੈ ਜੀਆਂ ਜਲੇਬੀਆਂ ਘਰਾਂ ਨੂੰ, ਸ਼ੱਕਰਪਾਰੇ ਬਣਾਏ ਨੇ ਬਾਬਿਆਂ ਨੇ, ਫਿਰ ਤਾਂ ਇਹੀ ਦਿਸਦੇ ਨਾ।
ਉਹ ਪੱਥਰ ਵਾਲੀ ਕੰਮ ਹੈ, ਜਿੰਨੀ ਦੇਰ ਪਾਣੀ ਪਾਈ ਜਾਓ ਠੀਕ ਆ, ਪਾਣੀ ਪਾਉਣਾ ਹਟ ਗਏ ਤੇ ਮੁੜ ਕੇ ਪੱਥਰ ਸੁੱਕੇ ਦਾ ਸੁੱਕਾ। ਪਰ ਸਾਧ ਸੰਗਤ ਜੀ, ਜੇ ਗੰਗਾ ਤੀਰ ਜੋ ਘਰ ਕਰ ਹੈ ਪੀਵਹਿ ਨਿਰਮਲ ਨੀਰ। ਕਬੀਰ ਸਾਹਿਬ ਕਹਿੰਦੇ ਗੰਗਾ ਦੇ ਤੀਰ ਭਾਵ ਕਿਨਾਰੇ ਤੇ ਘਰ ਵੀ ਪਾ ਲੇ ਕੋਈ, ਤੇ ਰੋਜ਼ ਉਸ ਗੰਗਾ ਦੇ ਪਾਣੀ ਨੂੰ ਪੀਵੇ। ਤੇ ਜੇ ਉਹ ਕਹਿ ਦੇਵੇ, ਜੇ ਕਹੇ ਨਾ ਉਹ ਵੀ ਮੈਂ ਹੁਣ ਗੰਗਾ ਦੇ ਘਰ ਤੇ ਕਿਨਾਰੇ ਉੱਤੇ ਮੈਂ ਘਰ ਪਾ ਲਿਆ ਹੁਣ ਗੰਗਾ ਦੇ ਕਿਨਾਰੇ, ਕਿਉਂਕਿ ਗੰਗਾ ਨੂੰ ਪਵਿੱਤਰ ਮੰਨਦੇ ਨੇ ਲੋਕ, ਗੰਗਾ ਨੂੰ ਲੋਕ ਪਵਿੱਤਰ ਮੰਨਦੇ ਨੇ, ਪਾਣੀ ਨੂੰ ਵੀ ਪਵਿੱਤਰ ਮੰਨਦੇ ਨੇ। ਤੇ ਜੇ ਕੋਈ ਬੰਦਾ ਇਸ ਗੱਲ ਦਾ ਮਾਣ ਕਰੇ ਕਿ ਮੈਂ ਗੰਗਾ ਦੇ ਹੁਣ ਕਿਨਾਰੇ ਦੇ ਉੱਤੇ ਘਰ ਪਾ ਲਿਆ ਤੇ ਮੈਂ ਰੋਜ਼ ਉਸ ਗੰਗਾ ਦਾ ਪਵਿੱਤਰ ਪਾਣੀ ਪੀਣਾ, ਤੇ ਬਈ ਮੈਂ ਮੁਕਤ ਹੋ ਗਿਆ। ਸਤਿਗੁਰੂ ਕਹਿੰਦੇ, ਕਬੀਰ ਸਾਹਿਬ ਕਹਿੰਦੇ ਉਹਦਾ ਭੁਲੇਖਾ। ਜੇ ਕੋਈ ਗੰਗਾ ਦੇ ਘਰ ਕਿਨਾਰੇ ਤੇ ਘਰ ਪਾ ਕੇ ਰੋਜ਼ ਗੰਗਾ ਦਾ ਪਵਿੱਤਰ ਪਾਣੀ ਪੀ ਵੀ ਲਵੇ, ਕਬੀਰ ਸਾਹਿਬ ਕਹਿੰਦੇ ਜੇ ਉਹ ਕਵੇ ਵੀ ਮੈਂ ਮੁਕਤ ਹੋ ਜਾਵਾਂਗਾ, ਨਹੀਂ ਮੁਕਤ ਹੋ ਸਕਦਾ। ਕਬੀਰ ਸਾਹਿਬ ਜੀ ਕਿਵੇਂ? ਗੰਗਾ ਤਾਂ ਪਵਿੱਤਰ ਹੈ। ਪਰ ਕਬੀਰ ਸਾਹਿਬ ਕਹਿੰਦੇ ਗੰਗਾ ਤੀਰ ਜੋ ਘਰ ਕਰ ਹੈ ਪੀਵਹਿ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ, ਇਉਂ ਗਹਿ ਰਹਿਓ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਇਹ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ, ਜੇ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਯਾਦ ਨਹੀਂ, ਭਾਵੇਂ ਤੁਸੀਂ ਗੰਗਾ ਦੇ ਕਿਨਾਰੇ ਤੇ ਘਰ ਪਾ ਕੇ ਰੋਜ਼ ਗੰਗਾ ਦਾ ਪਵਿੱਤਰ ਪਾਣੀ ਵੀ ਪੀ ਲਓ, ਜੇ ਤੁਹਾਡੇ ਜੀਵਨ ਵਿੱਚ ਜੇ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਨਹੀਂ ਤੇ ਤੁਸੀਂ ਮੁਕਤ ਨਹੀਂ ਹੋ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਅੱਜ ਇਸ ਸਥਾਨ ਤੇ ਆਏ ਆ, ਜੇ ਇਥੋਂ ਗੁਰਬਾਣੀ ਦਾ ਸੇਵਾ ਦਾ ਕੋਈ ਕਿਣਕਾ ਨਾ ਲੈ ਕੇ ਗਏ ਨਾ, ਤੇ ਸਾਧ ਸੰਗਤ ਜੀ ਸਾਡਾ ਇੱਥੇ ਆਇਆ ਸਫਲ ਨਹੀਂ ਹੋਣਾ, ਸਾਡਾ ਇੱਥੇ ਆਇਆ ਸਫਲ ਨਹੀਂ ਹੋਣਾ। ਸਤਿਗੁਰੂ ਜੀ ਨੰਬਰ ਦੇ ਰਹੇ ਨੇ, ਰਿਜ਼ਲਟ ਕੱਢ ਰਹੇ ਨੇ ਸਾਡਾ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਸਾਰਿਆਂ ਨੇ ਸੁਣ ਲਿਆ, ਸਾਰਿਆਂ ਨੇ ਗਾ ਲਿਆ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਕਿਹਨਾਂ ਦਾ? ਗਾਇਆ ਸੁਣਿਆ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੋਏਗਾ। ਕਿਹਨਾਂ ਨੂੰ ਚੰਗੇ ਨੰਬਰ ਮਿਲਣਗੇ, ਕਿਹੜੇ ਪਾਸ ਹੋਣਗੇ? ਸਤਿਗੁਰੂ ਕਹਿੰਦੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਿਆ, ਸਤਿਗੁਰੂ ਕਹਿੰਦੇ ਉਹਨਾਂ ਦਾ ਗਾਇਆ ਸੁਣਿਆ ਮਾਲਕ ਦੀ ਦਰਗਾਹ ਦੇ ਵਿੱਚ ਕਿਤੇ ਪ੍ਰਵਾਨ ਹੋ ਜੂ, ਤੇ ਬਾਕੀ ਆਏ ਤੇ ਨਾ ਆਏ ਇੱਕ ਬਰਾਬਰ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਹੁਣ ਆਪਾਂ ਵੇਖਣਾ ਕਿ ਆਪਾਂ ਹੁਣ ਆਪਣਾ ਗਾਇਆ ਸੁਣਿਆ ਪ੍ਰਵਾਨ ਕਰਾਉਣਾ ਕਿ ਨਹੀਂ ਕਰਾਉਣਾ। ਜੇ ਹੁਣ ਪੇਪਰ ਦੇ ਕੇ ਰਿਜ਼ਲਟ ਹੀ ਨਹੀਂ ਆਇਆ ਤੇ ਪੇਪਰ ਦਿੱਤਿਆਂ ਦਾ ਫਾਇਦਾ ਕੀ? ਜੇ ਇੱਥੇ ਆ ਕੇ ਕੁਝ ਖੱਟ ਕੇ ਨਹੀਂ ਲੈ ਕੇ ਗਏ ਤੇ ਸਾਡਾ ਇੱਥੇ ਆਇਆ ਦਾ ਫਾਇਦਾ ਕੀ? ਆਪਣੇ ਕੰਮ ਵੀ ਛੱਡੇ, ਸਮਾਂ ਵੀ ਬਰਬਾਦ ਕੀਤਾ, ਹਾਂਜੀ ਘਰਾਂ ਤੋਂ ਵਹੀਕਲਾਂ ਤੇ ਆਏ ਆ, ਤੇਲ ਵੀ ਫੂਕਿਆ ਆਪਾਂ ਆਪਣਾ। ਤੇ ਜੇ ਇੱਥੋਂ ਕੁਝ ਗੁਰਬਾਣੀ ਦਾ ਕੁਝ ਕਿਣਕਾ ਲੈ ਕੇ ਹੀ ਨਹੀਂ ਗਏ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਫਿਰ ਇੱਥੇ ਆਏ ਨਾ ਆਏ ਇੱਕ ਬਰਾਬਰ। ਇਸ ਕਰਕੇ ਇੱਥੇ ਆਏ ਆ, ਕੁਝ ਨਾ ਕੁਝ ਸਤਿਗੁਰੂ ਕਹਿੰਦੇ ਭਾਈ ਗੁਣਾ ਕਾ ਹੋਵੇ ਵਾਸਲਾ ਕਢਵਾਸ ਲੀਜੈ। ਕਹਿੰਦੇ ਜੇ ਗੁਣਾਂ ਦਾ ਭੰਡਾਰ ਮਿਲ ਜੇ ਨਾ, ਉਹਦੇ ਵਿੱਚੋਂ ਕੁਝ ਨਾ ਕੁਝ ਗੁਣ ਕੱਢ ਲੈਣੇ ਚਾਹੀਦੇ ਆ, ਕੁਝ ਨਾ ਕੁਝ ਗੁਣ ਕੱਢ ਲੈਣੇ ਚਾਹੀਦੇ ਆ। ਜਿਵੇਂ ਲੱਡੂਆਂ ਦਾ ਭਰਿਆ ਹੋਇਆ ਡੱਬਾ ਹੋਵੇ, ਸਾਡੇ ਹੋਵੇ ਸਾਹਮਣੇ, ਕਰਦੇ ਨਹੀਂ ਕਈ ਵਾਰ ਅਗਲਾ ਕੋਈ ਲੈ ਖਾਓ ਬਈ, ਤੇ ਜੇ ਲੱਡੂਆਂ ਦਾ ਡੱਬਾ ਕੋਈ ਸਾਹਮਣੇ ਕਰ ਦਵੇ ਤੇ ਕਿਹਦਾ ਨਹੀਂ ਮਨ ਕਰਦਾ ਵੀ ਉਹਦੇ ਚੋਂ ਲੱਡੂ ਕੱਢ ਕੇ ਮੈਂ ਨਾ ਖਾਵਾਂ? ਸਾਰਿਆਂ ਦਾ ਕਰਦਾ ਨਾ। ਤੇ ਜਦੋਂ ਕੋਈ ਲੱਡੂਆਂ ਦਾ ਡੱਬਾ ਸਾਡੇ ਸਾਹਮਣੇ ਕਰਦਾ ਤੇ ਸਾਧ ਸੰਗਤ ਜੀ ਅਸੀਂ ਕੱਢ ਕੇ ਉਸ ਲੱਡੂਆਂ ਦੇ ਡੱਬੇ ਚੋਂ ਲੱਡੂ ਖਾਣੇ ਆ, ਲੈਨੇ ਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਗੁਣਾਂ ਦਾ ਭੰਡਾਰ ਮਿਲ ਜੇ ਨਾ ਕਿਤੋਂ, ਕਹਿੰਦੇ ਗੁਣਾ ਕਾ ਹੋਵੇ ਵਾਸਲਾ, ਵਾਸਲਾ ਕਹਿੰਦੇ ਨੇ ਭੰਡਾਰ ਨੂੰ, ਗੁਣਾਂ ਦਾ ਭਰਿਆ ਹੋਇਆ ਭੰਡਾਰ ਜੇਕਰ ਕਿਤੇ ਮਿਲਦਾ ਹੈ, ਕੱਢ ਵਾਸ ਲੀਜੈ, ਉਹਨਾਂ ਗੁਣਾਂ ਦੇ ਭੰਡਾਰ ਵਿੱਚੋਂ ਕੋਈ ਨਾ ਕੋਈ ਗੁਣ ਕੱਢ ਲੈ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ।
ਜੇ ਕੋਈ ਐਸਾ ਸੱਜਣ ਮਿਲ ਜੇ ਜਿਹਦੇ ਕੋਲ ਗੁਣ ਨੇ, ਜਿਵੇਂ ਮਹਾਂਪੁਰਖ ਬਾਬਾ ਫੱਕਰ ਜੀ ਦੇ ਕੋਲ ਗੁਣੀ ਗੁਣ ਨੇ, ਔਗੁਣ ਥੋੜਾ ਹੈ, ਗੁਣੀ ਗੁਣ ਨੇ ਮਹਾਂਪੁਰਖਾਂ ਕੋਲ, ਜਿੰਨੇ ਮਰਜ਼ੀ ਲੈ ਲਓ, ਗੁਣੀ ਵੰਡ ਰਹੇ ਨੇ ਨਾ ਸਾਨੂੰ, ਨਾ ਲੈਣੇ ਨਾ ਲੈਣੇ ਸਾਡੀ ਮਰਜ਼ੀ ਹੈ। ਉਹ ਤਾਂ ਸਾਧ ਸੰਗਤ ਜੀ ਸਾਨੂੰ ਬੋਲ ਬੋਲ ਕੇ ਗੁਣੀ ਦੇ ਰਹੇ, ਗੁਣੀ ਵੰਡ ਰਹੇ ਨੇ। ਸਤਿਗੁਰੂ ਕਹਿੰਦੇ ਜੇ ਗੁਣ ਹੋਵਨ ਸਾਜਨਾ, ਜੇ ਕੋਈ ਐਸਾ ਸੱਜਣ ਮਿਲ ਜੇ ਜਿਹਦੇ ਕੋਲ ਗੁਣ ਹੋਣ, ਸੇਵਾ ਦਾ ਗੁਣ, ਬਾਣੀ ਦਾ ਗੁਣ, ਪਰਉਪਕਾਰ ਦਾ, ਭਲਾਈ ਦਾ ਗੁਣ, ਦਇਆ ਦਾ ਗੁਣ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੇ। ਕਹਿੰਦੇ ਉਹਦੇ ਕੋਲ ਬਹਿ ਕੇ ਗੁਣਾਂ ਦੀ ਸਾਂਝ ਕਰ ਲੈ, ਕੀ ਪਤਾ ਉਹਦੇ ਗੁਣਾਂ ਦੀਆਂ ਤਰੰਗਾਂ ਵੀ ਤੇਰੇ 'ਚ ਆ ਜਾਣ, ਉਹਦੇ ਗੁਣਾਂ ਦੀਆਂ ਵੇਵਸ ਜਿਹੜੀਆਂ ਨੇ, ਤਰੰਗਾਂ ਜਿਹੜੀਆਂ ਨੇ, ਉਹ ਵੀ ਤੇਰੇ ਜੀਵਨ 'ਚ ਆ ਜੇ, ਅਸਰ ਕਰਦੀਆਂ ਨਾ। ਹੁਣ ਸਾਧ ਸੰਗਤ ਜੀ ਸਵੇਰੇ ਠੰਡ ਸੀ, ਜਿਹੜੀਆਂ ਠੰਡ ਦੀ ਤਰੰਗ ਸੀ, ਸਰਦੀ ਦੀ, ਉਹ ਵੀ ਤੰਗ ਕਰ ਰਹੀ ਸੀ, ਸਾਨੂੰ ਮਹਿਸੂਸ ਹੋ ਰਹੀ ਸੀ। ਆ ਹੁਣ ਨਿਕਲ ਗਈ ਧੁੱਪ, ਤੇ ਹੁਣ ਧੁੱਪ ਦੀਆਂ ਜਿਹੜੀਆਂ ਤਰੰਗਾਂ ਨੇ ਉਹ ਵੀ ਅਸਰ ਕਰ ਰਹੀਆਂ ਸਰੀਰ ਉੱਤੇ। ਹੁਣ ਅਸੀਂ ਮੋٹے ਮੋٹے ਕੋਟ ਖੋਲ ਦਿੱਤੇ, ਭਾਰੀ ਕੱਪੜੇ ਹੁਣ ਕੱਢ ਦਿੱਤੇ ਐ, ਕਿਉਂਕਿ ਧੁੱਪ ਨਿਕਲ ਆਈ। ਧੁੱਪ ਦੀਆਂ ਜਿਹੜੀਆਂ ਵੇਵਸ ਨੇ, ਧੁੱਪ ਦੀਆਂ ਜਿਹੜੀਆਂ ਤਰੰਗਾਂ ਨੇ, ਉਹ ਵੀ ਅਸਰ ਹੁਣ ਕਰ ਰਹੀਆਂ। ਤੇ ਸੁਬਾਹ ਅੰਮ੍ਰਿਤ ਵੇਲੇ ਤੜਕੇ ਜਿਹੜੀਆਂ ਸਰਦੀ ਦੀਆਂ ਤਰੰਗਾਂ ਸੀ, ਉਹ ਵੀ ਸਾਨੂੰ ਪ੍ਰਭਾਵਿਤ ਕਰ ਰਹੀਆਂ ਸੀ। ਜੇ ਸ਼ਰਾਬ ਪੀਣ ਵਾਲੇ ਕੋਲ ਬੈਠਾਂਗੇ, ਜੇ ਮਾੜੇ ਬੰਦੇ ਕੋਲ ਬੈਠਾਂਗੇ, ਵਿਕਾਰੀ ਬੰਦੇ ਕੋਲ ਬੈਠਾਂਗੇ, ਉਹਦੀਆਂ ਜਿੰਨੀਆਂ ਤਰੰਗਾਂ ਨੇ ਉਹ ਸਾਡੇ ਤੇ ਅਸਰ ਕਰਨਗੀਆਂ। ਤੇ ਜਿਹੜਾ ਕੋਈ ਗੁਣਵਾਨ, ਗੁਣਾਂ ਦਾ ਭਰਿਆ ਹੋਇਆ ਮਨੁੱਖ, ਗੁਰਸਿੱਖ ਪਿਆਰਾ, ਰੱਬ ਦਾ ਪਿਆਰਾ, ਭਗਤ ਜਨ, ਸਤਿਪੁਰਖ, ਮਹਾਂਪੁਰਖ ਬਾਬਾ ਫੱਕਰ ਜੀ ਵਰਗਾ, ਬਾਬਾ ਪ੍ਰੀਤਮ ਸਿੰਘ ਜੀ ਵਰਗਾ, ਸੰਤ ਬਾਬਾ ਪ੍ਰੇਮ ਸਿੰਘ ਜੀ ਵਰਗਾ ਜੇ ਕੋਈ ਮਿਲ ਜੇ, ਤੇ ਸਭ ਤੋਂ ਵੱਡੇ ਸ਼੍ਰੋਮਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ ਜੇਕਰ ਸਾਨੂੰ ਕੋਈ ਮਿਲ ਜੇ, ਉਹਦੀਆਂ ਵੀ ਤਰੰਗਾਂ ਸਾਡੇ ਤੇ ਅਸਰ ਕਰਨਗੀਆਂ ਕਿ ਨਹੀਂ? ਕਰਨਗੀਆਂ। ਤੇ ਸਤਿਗੁਰੂ ਕਹਿੰਦੇ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਜੇ ਕੋਈ ਸਾਂਝ ਕਰਨ ਵਾਲਾ ਐਸਾ ਸੱਜਣ, ਗੁਣਾਂ ਦਾ ਭੰਡਾਰ ਭਰਿਆ ਹੋਇਆ ਸਤਿਪੁਰਖ ਮਿਲ ਜੇ, ਗੁਰਮੁਖ ਪਿਆਰਾ, ਕਹਿੰਦੇ ਉਹਦੇ ਨਾਲ ਬਹਿ ਕੇ ਗੁਣਾਂ ਦੀ ਸਾਂਝ ਕਰ ਲੈ। ਕੀ ਪਤਾ ਉਹਦੇ ਗੁਣ ਜਿਹੜੇ ਉਹਦੇ ਜੀਵਨ ਵਿੱਚ ਨੇ, ਕੀ ਪਤਾ ਤੇਰੇ ਜੀਵਨ ਵਿੱਚ ਵੀ ਉਹ ਐਸੇ ਗੁਣ ਆ ਜਾਣ ਜਿਹੜੇ ਉਹਦੇ ਜੀਵਨ ਵਿੱਚ ਨੇ। ਕਿਉਂਕਿ ਚੰਦਨ ਕਾ ਵਿਰਬਾ ਭਲਾ, ਬੇਰਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ, ਜੋ ਚੰਦਨ ਪਾਸ। ਕਹਿੰਦੇ ਢਾਕ ਪਲਾਸ ਵਰਗੇ, ਨਿੰਮ ਵਰਗੇ, ਕਬੀਰ ਸਾਹਿਬ ਕਹਿੰਦੇ ਰੁੱਖ ਜਿਹੜੇ ਨੇ ਚੰਦਨ ਕੋਲ ਰਹਿ ਕੇ ਉਹਨਾਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਜਾਂਦੀ ਹੈ। ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ, ਤੂੰ ਗੁਣਾਂ ਵਾਲੇ ਮਨੁੱਖ ਕੋਲ ਬੈਠ, ਸਤਿਪੁਰਖਾਂ ਕੋਲ ਬੈਠ, ਨਾਮ ਦੀਆਂ ਸੇਵਾ ਦੀਆਂ ਸੁਗੰਧੀਆਂ ਤੇਰੇ ਚੋਂ ਵੀ ਆਉਣ ਲੱਗ ਜਾਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਕਿਹਾ। ਧਾਰਨਾ ਪੜ੍ਹੀਏ, ਉਸ ਤੋਂ 5 ਮਿੰਟ ਬਾਅਦ ਫਿਰ ਆਪਾਂ ਸਮਾਪਤੀ ਕਰ ਦੇਣੀ। ਸਾਰੀਆਂ ਸੰਗਤਾਂ ਨੇ ਅਰਦਾਸ ਸ਼ਾਮਲ ਹੋਣਾ ਹੈ। ਹਾਂਜੀ ਚੰਦਨ ਹੋ ਜਾਂਦੇ ਨੇ ਵਸਦੇ ਜੇ ਚੰਦਨ ਕੋਲੇ, ਚੰਦਨ ਬਣ ਜਾਂਦੇ ਨੇ ਵਸਦੇ ਜਿਹੜੇ ਚੰਦਨ ਕੋਲੇ, ਚੰਦਨ ਹੋ ਜਾਂਦੇ ਨੇ ਵਸਦੇ ਜੋ 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 ਚੰਦਨ ਕੋਲੇ, ਚੰਦਨ ਬਣ ਜਾਂਦੇ ਨੇ ਜੀ ਵਸਦੇ ਜਿਹੜੇ ਚੰਦਨ ਕੋਲੇ, ਚੰਦਨ ਬਣ ਜਾਂਦੇ ਨੇ ਜੀ ਵਸਦੇ ਜਿਹੜੇ ਚੰਦਨ ਕੋਲੇ, ਚੰਦਨ ਬਣ ਜਾਂਦੇ ਨੇ ਜੀ ਵਸਦੇ ਜੋ ਚੰਦਨ ਕੋਲੇ, ਚੰਦਨ ਬਣ ਜਾਂਦੇ ਨੇ ਜੀ ਵਸਦੇ ਜੋ ਚੰਦਨ ਕੋਲੇ, ਚੰਦਨ ਬਣ ਜਾਂਦੇ ਨੇ ਜੀ ਵਸਦੇ ਜੋ ਚੰਦਨ ਕੋਲੇ, ਚੰਦਨ ਬਣ ਜਾਂਦੇ ਨੇ ਜੀ ਵਸਦੇ ਜੋ ਚੰਦਨ ਕੋਲੇ, ਚੰਦਨ ਕਾ ਬਿਰਵਾ ਭਲਾ, ਬੇੜਿਓ ਟਾਕ ਪਲਾਸ। ਹਾਂਜੀ ਓਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਉਹ ਵੀ ਚੰਦਨ ਬਣ ਜਾਂਦੇ ਨੇ, ਭੈੜੇ ਨਿੰਮ ਵਰਗੇ, ਪਲਾਸ ਵਰਗੇ, ਢਾਕ ਵਰਗੇ,
ਜਿਨ੍ਹਾਂ ਦੀ ਕੀਮਤ ਕੋਈ ਨਹੀਂ, ਸਾਧ ਸੰਗਤ ਜੀ ਉਹਨਾਂ ਦੀ ਵੀ ਕੀਮਤ ਪੈ ਜਾਂਦੀ ਹੈ। ਪਰ ਕਿਉਂ ਪਈ? ਕਿਉਂਕਿ ਉਹਨਾਂ ਨੇ ਚੰਦਨ ਦੇ ਗੁਣ ਧਾਰਨ ਕੀਤੇ। ਗੁਣ ਤੇ ਜੇ ਕੋਈ ਬਾਂਸ ਵਰਗਾ, ਸਾਡੇ ਵਰਗਾ, ਮੇਰੇ ਵਰਗਾ ਕੋਈ ਬਾਂਸ ਵਰਗਾ ਹੋਵੇ ਚੰਦਨ ਦੇ ਕੋਲ, ਤੇ ਕਬੀਰ ਸਾਹਿਬ ਕਹਿੰਦੇ ਬਾਂਸ ਵਡਾਈ ਬੁੱਢਿਆ ਇਹੋ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ। ਤੇ ਜੇ ਮੇਰੇ ਵਰਗਾ ਬਾਂਸ ਵਰਗਾ ਕੋਈ ਮਾਣ ਕਰਨ ਵਾਲਾ ਹੋਵੇ, ਸੇਵਾ ਵੀ ਕਰੀ ਜਾਵੇ ਨਾਲੇ, ਤੇ ਨਾਲੇ ਕਹੂ ਵੀ ਮੇਰੇ ਬਿਨ ਤਾਂ ਸਰਦਾ ਨਹੀਂ ਇੱਥੇ, ਬਾਬੇ ਫੱਕਰ ਦਾ ਮੇਰੇ ਬਿਨਾਂ ਥੋੜਾ ਸਰੂਗਾ। ਤੇ ਜੇ ਮੈਂ ਬਾਬੇ ਫੱਕਰ ਨਾਲ ਆ ਤਾਂ ਬਾਬੇ ਫੱਕਰ ਦਾ ਕੰਮ ਚੱਲਦਾ। ਤੇ ਜੇ ਕੋਈ ਬਾਂਸ ਵਰਗਾ ਮੇਰੇ ਵਰਗਾ ਕਹੇ, ਕਿਉਂਕਿ ਬਾਂਸ ਉੱਚਾ ਹੁੰਦਾ ਨਾ, ਲੰਬਾ, ਪਰ ਵਿੱਚੋਂ ਹੁੰਦਾ ਖਾਲੀ, ਉਹਦਾ ਮਾਣ ਹੀ ਵਾਸਦਾ ਸਾਧ ਸੰਗਤ ਜੀ ਚੰਦਨ ਦੇ ਗੁਣ ਉਹਨੂੰ ਧਾਰਨ ਨਹੀਂ ਕਰਨ ਦਿੰਦਾ। ਸੰਗਤ ਵਿੱਚ ਵੀ ਜਿਹਨੂੰ ਮਾਣ ਹੈ ਨਾ ਵੀ ਮੇਰੇ ਵਰਗਾ ਕੋਈ ਨਹੀਂ, ਸਾਧ ਸੰਗਤ ਜੀ ਉਹ ਬਾਂਸ ਦੀ ਨਿਆਈ ਹੈ। ਉਹ ਸੰਗਤ ਦੇ ਗੁਣ ਜਿਹੜੇ ਧਾਰਨ ਨਹੀਂ ਕਰ ਸਕਦਾ, ਉਹਦੇ ਵਿੱਚ ਕਦੇ ਵੀ ਸੰਗਤ ਦੇ ਗੁਣ ਨਹੀਂ ਆ ਸਕਦੇ ਜਿਹਨੂੰ ਮਾਣ ਹੈ। ਚੱਕਰ ਲੱਗੇ ਚੱਕਰੀ ਨਾਲੇ ਗਾਰ ਵਿਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਇੱਥੇ ਕੀਮਤ ਕਿਹਨਾਂ ਦੀ ਪਈ? ਗੁਰੂ ਸਾਹਿਬ ਕਹਿੰਦੇ ਆਪ ਗਵਾਏ। ਸੇਵਾ ਕਰੇ ਜਿਹੜਾ ਸਿਰ ਨੀਵਾਂ ਕਰਕੇ ਸਦਾ ਆਪਣਾ ਆਪਾ ਗਵਾ ਕੇ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਦਾ ਹੈ, ਭਾਵੇਂ ਕਿਸੇ ਵੀ ਤਰ੍ਹਾਂ ਦੀ ਹੈ। ਅਲੱਗ-ਅਲੱਗ ਜਿਹੜੇ ਤੁਸੀਂ ਬੈਠੇ ਵੀ ਹੋ ਨਾ, ਸੰਗਤ 'ਚ ਟਿਕ ਕੇ ਬੈਠੇ ਹੋ, ਵੀ ਸੇਵਾ ਹੀ ਹੈ। ਲੰਗਰਾਂ ਦੀ ਸੇਵਾ ਚੌਰ ਸਾਹਿਬ ਕਰ ਰਹੇ ਨੇ ਬਾਬਾ ਜੀ, ਇਹ ਵੀ ਸੇਵਾ। ਹਾਂਜੀ, ਕੀਰਤਨ ਹੋ ਰਿਹਾ, ਸੇਵਾ ਸੁਣ ਰਹੇ ਹੋ ਤੁਸੀਂ, ਸਾਰੀਆਂ ਸੇਵਾਵਾਂ। ਬੈਠਣ ਦੀ ਵੀ ਸੇਵਾ। ਸਾਧ ਸੰਗਤ ਜੀ ਜਿਹੜਾ ਨੀਵਾਂ ਹੋ ਕੇ ਗੁਰੂ ਨਾਨਕ ਦੇ ਦਰ ਦੇ ਅੱਗੇ ਝੁਕਦਾ ਹੈ, ਨੀਵਾਂ ਹੋ ਕੇ ਸੇਵਾ ਕਰਦਾ, ਸਤਿਗੁਰੂ ਕਹਿੰਦੇ ਉਹਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ। ਬਾਂਸ ਦੀ ਨਿਆਈ ਮਾਣ ਕਰਨ ਵਾਲੇ ਇੱਥੇ ਖਾਲੀ ਰਹਿ ਜਾਂਦੇ ਨੇ, ਔਰ ਜਿਨ੍ਹਾਂ ਨੇ ਗੁਣ ਲਏ ਨਿੰਮ ਵਰਗੇ, ਢਾਕ ਵਰਗੇ, ਪਲਾਸ ਵਰਗੇ, ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ, ਸਾਧ ਸੰਗਤ ਜੀ ਉਹ ਵੀ ਪੂਜਣਯੋਗ ਹੋ ਜਾਂਦੇ। ਉਹਨਾਂ ਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਜਾਂਦੀ ਹੈ। ਐਸੇ ਤਰ੍ਹਾਂ ਸੰਗਤ ਕਰਨ ਵਾਲਿਆਂ ਦੇ ਅੰਦਰੋਂ ਵੀ ਸੇਵਾ ਦੀਆਂ, ਨਾਮ ਦੀਆਂ ਸੁਗੰਧੀਆਂ ਆਉਣ ਲੱਗ ਜਾਂਦੀਆਂ ਨੇ। ਸਤਿਗੁਰੂ ਜੀ ਦਾ ਬਚਨ ਸਾਂਝਾ ਕਰ ਰਹੇ ਸੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਓ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨੀਏ। ਸੁਣਿਆ ਪੜਿਆ ਬਹੁਤ ਹੈ, ਆਓ ਕੁਛ ਨਾ ਕੁਛ ਭਾਈ, ਜਿਵੇਂ ਬੱਚੇ ਨਹੀਂ ਹੁੰਦੇ ਜਦੋਂ ਮੇਲੇ 'ਚ ਜਾਂਦੇ ਹੈ, ਕੋਈ ਬੱਚਾ ਐਸਾ ਨਹੀਂ ਸੰਸਾਰ ਵਿੱਚ ਜਿਹੜਾ ਮੇਲੇ 'ਚ ਗਿਆ ਹੋਵੇ ਤੇ ਖਾਲੀ ਆ ਜਾਏ। ਆਉਂਦਾ ਕੋਈ ਬੱਚਾ ਖਾਲੀ? ਕੁਛ ਨਾ ਕੁਛ, ਕੋਈ ਗੁਬਾਰਾ ਲੈ ਕੇ ਆਇਆ, ਕੋਈ ਟਰੈਕਟਰ ਲੈ ਕੇ ਆਇਆ, ਕੋਈ ਕਹਿੰਦਾ ਮੈਂ ਆਹ ਲੈਣਾ, ਉਹ ਲੈਣਾ। ਹਰੇਕ ਬੱਚਾ ਜਿਹੜਾ ਮੇਲੇ 'ਚ ਜਾਊਗਾ ਕੁਛ ਨਾ ਕੁਛ ਲੈ ਕੇ ਮੁੜੂਗਾ। ਤੇ ਅਸੀਂ ਸੰਗਤ 'ਚ ਆਏ ਆ, ਆਓ ਸੇਵਾ ਦੀਆਂ ਦਾਤਾਂ ਲੈ ਕੇ ਜਾਈਏ, ਆਓ ਨਾਮ ਦੀਆਂ ਦਾਤਾਂ ਲੈ ਕੇ ਜਾਈਏ, ਬੰਦਗੀ ਦੀਆਂ ਦਾਤਾਂ ਲੈ ਕੇ ਜਾਈਏ। ਫਿਰ ਲੋਕ ਸੁਖੀ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਆਨੰਦ ਕਾਰਜ ਗੁਰੂ ਕਾ ਲਾਹੌਰ ਧਰਤੀ ਨੇੜੇ ਹੀ ਹੈ। ਮਾਤਾ ਅਜੀਤ ਕੌਰ ਜੀ ਦੇ ਨਾਲ ਸਤਿਗੁਰੂ ਜੀ ਦਾ ਪਹਿਲਾ ਆਨੰਦ ਕਾਰਜ ਹੋਇਆ ਸੀ 1684 ਈਸਵੀ ਨੂੰ, ਬਸੰਤ ਪੰਚਮੀ ਵਾਲੇ ਦਿਨ, ਜਿਹੜੀ ਕੱਲ ਲੰਘ ਕੇ ਗਈ ਹੈ। ਸੋ ਇਸ ਆਧਾਰਤ ਉੱਥੇ ਜੋੜ ਮੇਲਾ ਹੁੰਦਾ ਹੈ। ਪਹਿਲਾ ਆਨੰਦ ਕਾਰਜ ਸੀ ਗੁਰੂ ਕਲਗੀਧਰ ਜੀ ਦਾ। ਭਾਈ ਹਰਜਸ ਆਇਆ ਸੀ ਲਾਹੌਰ ਦੀ ਧਰਤੀ ਤੋਂ, ਕਲਗੀਧਰ ਜੀ ਦੇ ਅੱਗੇ ਬੇਨਤੀ ਕੀਤੀ ਸੀ, ਮਹਾਰਾਜ ਮੇਰੀ ਸੁਪੁੱਤਰੀ ਨੂੰ ਅਪਣਾ ਲਓ, ਆਪਣੀ ਚਰਨਾਂ ਦੀ ਦਾਸੀ ਬਣਾ ਲਓ। ਤੇ ਸਾਧ ਸੰਗਤ ਕਲਗੀਆਂ ਵਾਲੇ ਸਤਿਗੁਰੂ ਜੀ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਨੇ ਫਿਰ, ਕਿਉਂਕਿ ਉਹ ਅੰਦਰ ਦੀ ਪੜਨ ਵਾਲੇ ਸੀ। ਮਾਤਾ ਅਜੀਤ ਕੌਰ, ਜਿਨ੍ਹਾਂ ਨੂੰ ਮਾਤਾ ਜੀਤੋ ਜੀ ਕਹਿੰਦੇ ਆ, ਉਹ ਆਮ ਥੋੜਾ ਸੀ ਵੀ ਐਵੇਂ ਹੀ ਨੇ, ਬਸ ਉਹਨਾਂ ਦੀ ਬੰਦਗੀ ਸੀ, ਉਹਨਾਂ ਦਾ ਪ੍ਰਤਾਪ ਸੀ। ਐਵੇਂ ਨਹੀਂ ਗੁਰੂ ਕਲਗੀਧਰ ਮਹਾਰਾਜ ਜੀ ਦੇ ਮਹਿਲ ਬਣੇ, ਐਵੇਂ ਨਹੀਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਹਨਾਂ ਦੇ ਨਾਲ ਆਨੰਦ ਕਾਰਜ ਕਰਵਾਏ, ਐਵੇਂ ਨਹੀਂ ਸਾਧ ਸੰਗਤ ਜੀ ਮਾਤਾ ਅਜੀਤ ਕੌਰ ਦੀ ਕੁੱਖੋਂ ਸਾਹਿਬਜ਼ਾਦੇ ਨੇ ਜਨਮ ਲਿਆ। ਮਾਤਾ ਅਜੀਤ ਕੌਰ ਜੀ ਦੀ ਬੰਦਗੀ ਸੀ, ਜਨਮਾਂ ਜਨਮੰਤਰਾਂ ਦੀ ਬੰਦਗੀ ਸੀ। ਐਵੇਂ ਨਹੀਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਹਨਾਂ ਨੂੰ ਅਪਣਾਇਆ। ਤੇ ਜਦੋਂ ਹਰਜਸ ਨੇ ਬੇਨਤੀ ਕੀਤੀ ਨਾ, ਤੇ ਧੰਨ ਗੁਰੂ ਕਲਗੀਧਰ ਜੀ ਕਹਿੰਦੇ ਸਾਨੂੰ ਰਿਸ਼ਤਾ ਮਨਜ਼ੂਰ ਹੈ। ਫਿਰ ਹਰਜਸ ਕਹਿੰਦਾ ਮਹਾਰਾਜ ਲਾਹੌਰ ਆਓ ਜੰਝ ਲੈ ਕੇ। ਤੇ ਧੰਨ ਗੁਰੂ ਕਲਗੀ ਵਾਲੇ ਸਤਿਗੁਰੂ ਮਹਾਰਾਜ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਜੇ ਹੀ ਕਹਿਣ ਲੱਗੇ, ਕਹਿੰਦੇ ਲਾਹੌਰ ਨਹੀਂ ਅਸੀਂ ਆਉਂਦੇ, ਅਸੀਂ ਇੱਥੇ ਹੋਰ ਨਵਾਂ ਲਾਹੌਰ ਵਸਾ ਦਾਂਗੇ। ਫਿਰ ਸਤਿਗੁਰੂ ਜੀ ਨੇ ਗੁਰੂ ਕਾ ਲਾਹੌਰ ਵਸਾਇਆ, ਉਹ ਪਾਵਨ ਪਵਿੱਤਰ ਧਰਤੀ ਲਾਹੌਰ ਵਸਾਇਆ। ਫਿਰ ਉੱਥੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਜੀ ਦੀ ਜੰਝ ਗਈ। ਉਧਰੋਂ ਭਾਈ ਹਰਜਸ ਵੀ ਆਪਣੇ ਰਿਸ਼ਤੇਦਾਰ ਕੁਟੰਬੀਆਂ ਸਮੇਤ ਉੱਥੇ ਪਹੁੰਚਿਆ ਗੁਰੂ ਕੇ ਲਾਹੌਰ। ਤੇ ਧੰਨ ਸ਼੍ਰੀ ਗੁਰੂ ਕਲਗੀਧਰ ਜੀ ਦੇ ਵਸੰਤ ਪੰਚਮੀ ਵਾਲੇ ਦਿਨ 1684 ਈਸਵੀ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ। ਬੜੀਆਂ ਰੌਣਕਾਂ ਲੱਗੀਆਂ, ਬੜੀਆਂ ਜੈ ਜੈਕਾਰ ਹੋਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਾਧ ਸੰਗਤ ਝੋਲੀਆਂ ਭਰਾ ਕੇ ਸੰਗਤ ਜਾਂਦੀ ਹੈ, ਖੁਸ਼ੀ ਦੇ ਘਰ ਵਿੱਚ ਨੇ ਮਹਾਰਾਜ। ਤੇ ਜਦੋਂ ਮਾਤਾ ਅਜੀਤ ਕੌਰ ਜੀ ਦੇ ਨਾਲ ਆਨੰਦ ਕਾਰਜ ਹੋ ਗਏ ਨਾ, ਤੇ ਫਿਰ ਮਾਤਾ ਅਜੀਤ ਕੌਰ ਜੀ ਨੇ ਸ਼ੁਕਰ ਕੀਤਾ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦਿੱਤੀ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ, ਜਨਮਾਂ ਜਨਮੰਤਰਾਂ ਦਾ ਸਾਰੀ ਜ਼ਿੰਦਗੀ ਮਾਤਾ ਅਜੀਤ ਕੌਰ ਜੀ ਨੇ ਗੁਰੂ ਕਲਗੀਧਰ ਮਹਾਰਾਜ ਜੀ ਤੋਂ ਨਿਸ਼ਾਵਰ ਕਰ ਦਿੱਤੀ। ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਗੁਰੂ ਕਲਗੀਧਰ ਜੀ ਦੇ ਹੁਕਮ ਦੇ ਵਿੱਚ ਕੱਢੀ। ਐਸਾ ਸਤਿਗੁਰੂ ਜੀ ਦਾ ਉਹ ਪਾਵਨ ਪਵਿੱਤਰ ਵਿਆਹ ਦਾ ਪੁਰਬ ਜਿਹੜਾ ਕੱਲ ਲੰਘ ਕੇ ਗਿਆ, ਉਸ ਸੰਬੰਧ ਦੇ ਵਿੱਚ ਨਗਰ ਕੀਰਤਨ ਵੀ ਹੋਇਆ, ਅੱਜ ਸਮਾਗਮ ਵੀ ਰੱਖਿਆ ਗਿਆ। ਤੇ ਦੂਸਰਾ ਜਿਹੜਾ ਸਮਾਗਮ ਉਹ ਭਾਈ ਅਮਰਚੰਦ ਜੀ ਜਿਹੜੇ ਜਟਵਾੜ ਪਿੰਡ ਤੋਂ ਸਨ, ਬਜ਼ੁਰਗ ਬੜੇ ਪਿਆਰ ਵਾਲੇ ਸੀ, ਜਿਨ੍ਹਾਂ ਨੇ ਮਹਾਂਪੁਰਖਾਂ ਨੂੰ ਅਸਥਾਨ ਵਾਸਤੇ ਜ਼ਮੀਨ ਭੇਟਾ ਕੀਤੀ ਸੀ। ਸੋ ਉਹਨਾਂ ਦੀ ਵੀ ਪਾਵਨ ਪਵਿੱਤਰ ਯਾਦ ਮਹਾਂਪੁਰਖ ਹਰ ਸਾਲ ਇਸ ਪਾਵਨ ਪਵਿੱਤਰ ਧਰਤੀ ਤੇ ਮਨਾਉਂਦੇ ਨੇ। ਉਹ ਵੀ ਮਨਾਈ ਗਈ ਹੈ। ਕਲਗੀਧਰ ਜੀ ਦਾ ਵਿਆਹ ਪੁਰਬ ਦਾ ਸਮਾਗਮ ਵੀ ਇਹ ਮਨਾਇਆ ਗਿਆ ਹੈ। ਸੰਗਤ ਨੇ ਸ਼ਮੂਲੀਅਤ ਕੀਤੀ, ਹਾਜ਼ਰੀਆਂ ਭਰੀਆਂ। ਕੱਲ ਵੀ ਹਾਜ਼ਰੀਆਂ ਭਰੀਆਂ ਮਹਾਂਪੁਰਖਾਂ ਪਾਸੋਂ, ਮਹਾਂਪੁਰਖਾਂ ਵੱਲੋਂ, ਬਾਬਾ ਫਕਰ ਜੀ ਵੱਲੋਂ, ਸਾਰੇ ਸਥਾਨ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ 2 ਦਿਨ 3 ਦਿਨ ਔਰ ਅਨੇਕਾਂ ਦਿਨਾਂ ਤੋਂ ਹਾਜ਼ਰੀਆਂ ਭਰੀਆਂ, ਸੇਵਾਵਾਂ ਕੀਤੀਆਂ, ਲਾਹਾ ਪ੍ਰਾਪਤ ਕੀਤਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ, ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਇਹ ਸਮਾਂ ਬਖਸ਼ਿਆ। ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਸਾਰਾ ਕੁਛ ਉਹ ਆਪ ਹੀ ਕਰਨ ਵਾਲਾ ਹੈ, ਸਾਡੇ ਹੱਥ ਵੱਸ ਵਿੱਚ ਕੁਛ ਨਹੀਂ ਹੈ। ਸੋ ਆਓ ਐਸੇ ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਨਵਾਈਏ, ਜਿਨ੍ਹਾਂ ਨੇ ਸਾਡੇ ਤੇ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਸਮਾਪਤੀ ਕਰੀਏ ਅਰਦਾਸ ਵਿੱਚ। ਸਾਰੀ ਸੰਗਤ ਪਿਆਰ ਨਾਲ ਸ਼ਾਮਲ ਹੋਇਓ। ਗੁਰੂ ਸਾਹਿਬ ਜੀ ਦੇ ਹੁਕਮਨਾਮੇ, ਉਸ ਤੋਂ ਬਾਅਦ ਗੁਰੂ ਸਾਹਿਬ ਜੀ ਹਰਮੰਦਰਾਂ ਨੂੰ ਜਾਣਗੇ, ਫਿਰ ਆਪਾਂ ਸਾਰਿਆਂ ਨੇ ਆਗਿਆ ਲੈਣੀ ਹੈ। ਆਓ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤ ਦੇ ਵਿੱਚ ਇੱਕ ਸ਼ਬਦ ਪੜ੍ਹ ਕੇ ਫਿਰ ਆਪਾਂ ਪ੍ਰਸ਼ਾਦ ਆ ਗਏ ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਕਰੀਏ। ਹਾਂਜੀ ਤੇਰੇ ਵਰਗਾ ਇਸ ਧਰਤੀ ਤੇ, ਕਲਗੀਆਂ ਵਾਲੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ। ਅਕਾਲ ਮੂਰਤ ਦੀ ਜਾਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ। ਦੇਖ
ਕੇ ਪਾਹੋਲ ਖੰਡੇ ਧਾਰ ਦੀ, ਦੇ ਕੇ ਪਾਹੋਲ ਖੰਡੇ ਧਾਰ ਦੀ। ਦੇ ਕੇ ਪੋਹਲ ਖੰਡੇ ਤਾਰ ਦੀ, ਦੇ ਕੇ ਪੋਹਲ ਖੰਡੇ ਤਾਰ, ਦੇ ਕੇ ਪੋਹਲ ਖੰਡੇ ਤਾਰ ਦੀ, ਦੇ ਕੇ ਪੋਹਲ ਖੰਡੇ ਤਾਰ ਦੀ। ਦੇ ਕੇ ਪਾਹੋਲ ਖੰਡੇ ਧਾਰ ਦੀ, ਖਾਲਸਾ ਪੰਥ ਸਜਾਇਆ। ਦੇ ਕੇ ਪਾਹੋਲ ਖੰਡੇ ਧਾਰ ਦੀ, ਖਾਲਸਾ ਪੰਥ ਸਜਾਇਆ। ਦੇ ਕੇ ਪੋਹਲ ਖੰਡੇ ਤਾਰ ਦੀ, ਖਾਲਸਾ ਪੰਥ ਸਜਾਇਆ। ਦੇ ਕੇ ਪੋਹਲ ਖੰਡੇ ਤਾਰ ਦੀ, ਖਾਲਸਾ ਪੰਥ ਸਜਾਇਆ। ਦੇ ਕੇ ਪੋਹਲ ਖੰਡੇ ਤਾਰ ਦੀ, ਖਾਲਸਾ ਪੰਥ ਸਜਾਇਆ। ਦੇ ਕੇ ਪੋਹਲ ਖੰਡੇ ਤਾਰ ਦੀ, ਖਾਲਸਾ ਪੰਥ ਸਜਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ, ਦਿੱਲੀ ਦੇ ਵੱਲ ਪਿਤਾ ਤੋਰ ਕੇ। ਦਿੱਲੀ ਦੇ ਵੱਲ ਪਿਤਾ ਤੋਰ ਕੇ, ਦਿੱਲੀ ਦੇ ਵੱਲ ਪਿਤਾ ਤੋਰ ਕੇ, ਦਿੱਲੀ ਦੇ ਵੱਲ ਪਿਤਾ ਤੋਰ ਕੇ, ਦਿੱਲੀ ਦੇ ਵੱਲ ਪਿਤਾ ਤੋਰ ਕੇ। ਦਿੱਲੀ ਦੇ ਵੱਲ ਪਿਤਾ ਤੋਰ ਕੇ, ਡੁੱਬਦਾ ਧਰਮ ਬਚਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ, ਡੁੱਬਦਾ ਧਰਮ ਬਚਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ, ਡੁੱਬਦਾ ਧਰਮ ਬਚਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ, ਡੁੱਬਦਾ ਧਰਮ, ਦਿੱਲੀ ਦੇ ਵੱਲ ਪਿਤਾ ਤੋਰ ਕੇ, ਡੁੱਬਦਾ ਧਰਮ ਬਚਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ, ਡੁੱਬਦਾ ਧਰਮ ਬਚਾਇਆ। ਚਾਰ ਪੁੱਤਰ ਗੁਰਾਂ ਧਰਮ ਤੋਂ ਵਾਰੇ, ਚਾਰ ਪੁੱਤਰ ਗੁਰਾਂ ਧਰਮ ਤੋਂ ਵਾਰੇ। ਗੁਰਾਂ ਧਰਮ ਦੁਆਰੇ, ਚਾਰ ਪੁੱਤਰ ਗੁਰਾਂ ਧਰਮ ਦੁਆਰੇ, ਚਾਰ ਪੁੱਤਰ ਗੁਰਾਂ ਧਰਮ ਦੁਆਰੇ। ਚਾਰ ਪੁੱਤਰ ਗੁਰਾਂ ਧਰਮ ਤੋਂ ਵਾਰੇ, ਫੇਰ ਵੀ ਸ਼ੁਕਰ ਮਨਾਇਆ। ਚਾਰ ਪੁੱਤਰ ਗੁਰਾਂ ਧਰਮ ਤੋਂ ਵਾਰੇ, ਫੇਰ ਵੀ ਸ਼ੁਕਰ ਮਨਾਇਆ। ਚਾਰ ਪੁੱਤਰ ਗੁਰਾਂ ਧਰਮ ਦੁਆਰੇ, ਫਿਰ ਵੀ ਸ਼ੁਕਰ ਮਨਾਇਆ। ਚਾਰ ਪੁੱਤਰ ਗੁਰਾਂ ਧਰਮ ਦੁਆਰੇ, ਫਿਰ ਵੀ ਸ਼ੁਕਰ ਮਨਾਇਆ। ਚਾਰ ਪੁੱਤਰ ਗੁਰਾਂ ਧਰਮ ਦੁਆਰੇ, ਫਿਰ ਵੀ ਸ਼ੁਕਰ ਮਨਾਇਆ। ਚਾਰ ਪੁੱਤਰ ਗੁਰਾਂ ਧਰਮ ਦੁਆਰੇ, ਫਿਰ ਵੀ ਸ਼ੁਕਰ ਮਨਾਇਆ। ਤਾਈਓ ਕਲਗੀਆਂ ਵਾਲਿਆ ਤੈਨੂੰ, ਤਾਈਓ ਕਲਗੀਆਂ ਵਾਲਿਆ ਤੈਨੂੰ, ਸਭ ਨੇ ਸੀਸ ਨਵਾਇਆ। ਤਾਈਓ ਕਲਗੀਆਂ ਵਾਲਿਆ ਤੈਨੂੰ, ਸਭ ਨੇ ਸੀਸ ਨਵਾਇਆ। ਤਾਈਓ ਕਲਗੀਆਂ ਵਾਲਿਆ ਤੈਨੂੰ, ਸਭ ਨੇ ਸੀਸ ਨਵਾਇਆ। ਤਾਈਓ ਕਲਗੀਆਂ ਵਾਲਿਆ ਤੈਨੂੰ, ਸਭ ਨੇ ਸੀਸ, ਤਾਈਓ ਕਲਗੀਆਂ ਵਾਲਿਆ ਤੈਨੂੰ, ਸਭ ਨੇ ਸੀਸ ਨਿਵਾਇਆ। ਤਾਈਓ ਕਲਗੀਆਂ ਵਾਲਿਆ ਤੈਨੂੰ, ਸਭ ਨੇ ਸੀਸ ਨਿਵਾਇਆ। ਕੌਣ ਕਰੂਗਾ ਤੇਰੀਆਂ ਰੀਸਾਂ, ਕਲਗੀਆਂ ਵਾਲਿਆ ਗੁਰਾ, ਕੌਣ ਕਰੂਗਾ ਤੇਰੀਆਂ ਰੀਸਾਂ। ਕਲਗੀਆਂ ਵਾਲਿਆ ਗੁਰਾ, ਕੌਣ ਕਰੂਗਾ ਤੇਰੀਆਂ ਰੀਸਾਂ। ਕੌਣ ਕਰੂਗਾ ਤੇਰੀਆਂ ਰੀਸਾਂ। ਕਲਗੀਆਂ ਵਾਲਿਆ ਗੁਰਾ। ਗੁਰੂ ਕਲਗੀਧਰ ਜੀ ਦੀਆਂ ਰੀਸਾਂ ਕੋਈ ਨਹੀਂ ਕਰ ਸਕਦਾ, ਜਿਨ੍ਹਾਂ ਨੇ ਇੰਨਾ ਕੁਝ ਸਾਡੇ ਵਾਸਤੇ ਕੀਤਾ ਹੈ। ਆਓ ਗੁਰੂ ਕਲਗੀਧਰ ਜੀ ਦੇ ਵਿਆਹ ਪੁਰਬ ਤੇ ਗੁਰੂ ਕਲਗੀਧਰ ਜੀ ਦੀਆਂ ਕੁਰਬਾਨੀਆਂ, ਉਹਨਾਂ ਦੇ ਪਰਉਪਕਾਰ ਚੇਤੇ ਕਰਕੇ ਆਓ ਸਤਿਗੁਰੂ ਜੀ ਦੇ ਸੱਚੇ ਸਿੱਖ ਬਣੀਏ। ਸੋ ਆਓ ਹੁਣ ਆਨੰਦ ਸਾਹਿਬ ਦੀ ਬਾਣੀ, ਫਿਰ ਅਰਦਾਸ ਬੇਨਤੀ ਦੇ ਵਿੱਚ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਧਾਈਆਂ। ਨਾਗਰ ਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ
ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਂਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਤ ਦੇ ਸੋ ਭਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੂਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਦੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਛੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਦੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਤੇ ਪੂਰੇ ਗੁਰ ਤੇ ਜਾਣੇ ਹੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਾਰਣ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਨਿਵਤ ਰਾਤ ਵਿਦਾਈ ਦਾਇਆ ਖੇਲਾ ਸਗਲ ਜਾਗ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਵਾਹਿਗੁਰੂ 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 ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਤੇਰੀ ਜੈ ਜੈਕਾਰ ਤੇਰੀ ਜੈ 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 ਜੈਕਾਰ ਤੇਰੀ ਜੈ ਜੈਕਾਰ ਜੀ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ ਅਰਦਾਸ ਹਮਾਰੀ